ਤੇ ਅਕਿਆਥ ਸੰਸਾਰ ਮੈਂ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲ ਨ ਬੁਝੀ ਸ਼ੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜੀਉ, ਸੱਜਣ ਸੱਚਾ ਪਾਤਸ਼ਾਹ। ਸ੍ਰੀ ਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਬਾਰਹ ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਤਨ ਮਨ ਮੋਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਹਰੀ, ਸੇ ਰਹਿਣ ਅਕੇਲੜੀਆਂ। ਤਿਨ ਦੁਖ ਨਾ ਕਬਹੂ ਉਤਰੈ, ਸੇ ਜਮ ਕੈ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਰਤਨ ਜਵੇਹਰ ਲਾਲ ਹਾਰ, ਕੰਠ ਤਿਨਾ ਜੜੀਆਂ। ਨਾਨਕ ਬਾਂਸੈ ਧੂੜ ਤਿਨਾ, ਪ੍ਰਭ ਸ਼ਰਣੀ ਦਰ ਪੜੀਆਂ। ਮੰਗਰ ਪ੍ਰਭ ਆਰਾਧਨਾ, ਬਹੁੜ ਨ ਜਨਮੜੀਆਂ। ਮੰਗਰ ਪ੍ਰਭ ਆਰਾਧਨਾ, ਬਹੁੜ ਨ ਜਨਮੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੇ ਸਾਧ ਸੰਗਤ ਜੀਓ, ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਰਜਿੰਦਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬ, ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ। ਆਓ ਬੜੇ ਪਿਆਰ ਦੇ ਨਾਲ ਬੈਠ ਕੇ ਗੁਰਸ਼ਬਦ ਦੀ ਵਿਚਾਰ ਸ਼ਰਵਣ ਕਰੀਏ ਜੀ। ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ 18 ਤਰੀਕ ਨੂੰ ਆ ਰਹੇ ਨੇ।
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ 27 ਨਵੰਬਰ ਨੂੰ ਆ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ 26 ਤਰੀਕ ਨੂੰ ਸਵੇਰੇ 9 ਵਜੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋ ਕੇ ਸ਼ਾਮ ਨੂੰ ਗੁਰਦੁਆਰਾ ਨਾਨਕਪੁਰ ਸਾਹਿਬ ਪਹੁੰਚੇਗਾ। 27 ਨਵੰਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਵਿਸ਼ੇਸ਼ ਦੀਵਾਨ ਸੱਜਣਗੇ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ 26 ਤਰੀਕ ਨੂੰ ਨਗਰ ਕੀਰਤਨ ਅਤੇ 27 ਤਰੀਕ ਨੂੰ ਸਾਜਰੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸੇ ਹੀ ਉਪਲਕਸ਼ ਵਿੱਚ ਇਸ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਰੋਵਰ ਦੀ ਪਰਿਕਰਮਾ ਵਿੱਚ 23 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਧਾਰਮਿਕ ਪੁਸਤਕ ਪ੍ਰਦਰਸ਼ਨੀ ਅਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਆਪ ਜੀ ਆਪ ਤੇ ਬੱਚਿਆਂ ਨੂੰ ਲੈ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਮੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮਾ ਤੇਰੇ। ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਕੱਦਸ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰਮੁਖ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕੁਲ ਆਲਮ ਸਰਵਰੇ ਕਾਇਨਾਤ, ਕੁਲ ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਹਜ਼ੂਰੀ ਦੇ ਵਿੱਚ ਜੁੜ ਕਰਕੇ ਗੁਰਬਾਣੀ ਦੇ ਮਨੋਰ ਰਸ ਪਿੰਨੇ ਸ਼ਬਦ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਸਰਵਣ ਕਰ ਰਹੇ ਸੋ। ਅੱਜ ਨਾਨਕਸ਼ਾਹੀ ਸੰਮਤ ਅਨੁਸਾਰ ਮੱਘਰ ਮਹੀਨੇ ਦੀ ਆਰੰਭਤਾ ਹੈ। ਗੁਰੂ ਸਾਹਿਬ ਜੀ ਨੇ 12 ਮਾਹਾ ਬਾਣੀ ਦੇ ਅੰਦਰ ਸਾਨੂੰ ਅੱਜ ਦੇ ਮਹੀਨੇ ਦੇ ਨਾਂ ਦੇ ਦੁਆਰਾ ਕੀ ਸੋਝੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਸ ਦੀ ਵਿਚਾਰ ਸਾਂਝੀ ਕਰਨੀ ਹੈ। ਹੁਣੇ ਆਪ ਜੀ ਨੇ ਗੁਰੂ ਕੇ ਵਜ਼ੀਰਾਂ ਪਾਸੋਂ ਉਸ ਦਾ ਮੂਲ ਪਾਠ ਸਰਵਣ ਕੀਤਾ ਹੈ। ਆਓ ਬੜੇ ਪ੍ਰੇਮ ਨਾਲ ਸਤਿਗੁਰੂ ਦੇ ਅੱਜ ਦੇ ਉਪਦੇਸ਼ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨਾਲ ਜੁੜਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਟਿਕਾਓ ਵਾਸਤੇ ਕਰੋ ਰਸਨਾ ਪਵਿੱਤਰ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਅਸੀਂ ਸਾਰੇ ਹੀ ਆਪਣੀਆਂ ਕਿਰਤਾਂ ਕਰਮਾਂ ਕਰਕੇ ਉਸ ਪਰਮ ਪਿਤਾ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਔਰ ਇਹ ਵਿਛੋੜਾ ਜਿਹੜਾ ਹੈ ਇਹ ਇੱਕ ਜਨਮ ਦਾ ਨਹੀਂ, ਬਾਣੀ ਵਿੱਚ ਮਹਾਰਾਜ ਨੇ ਕਿਹਾ ਇਹ ਅਨੇਕਾਂ ਜਨਮਾਂ ਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕੀੜਿਆਂ ਪਤੰਗਿਆਂ ਚਾਰ ਪਾਏ ਵਾਲੇ ਜੀਵਾਂ ਜੰਤੂਆਂ ਅਨੇਕਾਂ ਜੂਨਾਂ ਦੇ ਵਿੱਚੋਂ ਨਿਕਲ ਕੇ ਫੇਰ ਜਾ ਕੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਚਿਰੰਕਾਲ ਤੋਂ ਲੰਬੇ ਸਮੇਂ ਤੋਂ ਬਾਅਦ ਇਹ ਦੇਹੀ ਮਿਲੀ ਹੈ। ਇਸ ਕਰਕੇ ਇਸ ਗੱਲ ਨੂੰ ਅਸੀਂ ਸਮਝ ਲਵਾਂਗੇ ਤੇ ਫਿਰ ਅਸੀਂ ਆਪਣਾ ਜੀਵਨ ਸਫਲ ਕਰਨ ਵਾਲੇ ਪਾਸੇ ਤੁਰਾਂਗੇ। ਸਾਨੂੰ ਬਹੁਤਿਆਂ ਨੂੰ ਪਤਾ ਨਹੀਂ ਹੈ ਕਿ ਇਸ ਦੇਹੀ ਦਾ, ਇਹ ਜਨਮ ਦਾ ਜਿਹੜਾ ਕੀ ਮਹੱਤਵ ਹੈ। ਕਿਸੇ ਹੋਰ ਜਨਮ ਦੇ ਵਿੱਚ, ਜੂਨ ਦੇ ਵਿੱਚ ਉਸ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਇਸੇ ਕਰਕੇ ਕਿਹਾ ਹੈ ਕਿ ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਆਪਣੇ ਅੰਦਰ ਵਿਚਾਰ ਕਰਕੇ ਦੇਖ ਲੈ, ਇਹ ਤੇਰਾ ਅਵਸਰ ਹੈ, ਇਹ ਸਮਾਂ ਹੈ ਤੇਰਾ। ਇਸ ਕਰਕੇ ਇਸ ਸਮੇਂ ਨੂੰ ਸਫਲਿਆਂ ਕਰਨ ਦਾ ਯਤਨ ਕਰ। ਅਸੀਂ ਸਾਰਿਆਂ ਨੇ ਯਤਨ ਕਰਨਾ ਹੈ ਕਿ ਇਹ ਸਫਲਾ ਹੋ ਸਕੇ। ਪਰਮਾਤਮਾ ਨੇ ਨਹੀਂ ਸਾਨੂੰ ਵਿਛੋੜਿਆ, ਸਾਡੇ ਕਰਮ ਐਸੇ ਨੇ, ਉਹਦਾ ਕਰਮ ਸਿਧਾਂਤ ਜਿਹੜਾ ਹੈ ਉਹ ਇਵੇਂ ਦਾ ਹੈ ਕਿ ਜਿਹੜਾ ਚੰਗੇ ਨੇਕ ਸ਼ੁਭ ਕਰਮ ਕਰਦਾ ਹੈ, ਮੁੱਖ ਤੌਰ 'ਤੇ ਦੋ ਹੀ ਤਰ੍ਹਾਂ ਦੇ ਕਰਮ ਨੇ। ਵੈਸੇ ਆਪਣੇ ਅਨੇਕ ਮਤਾਂ ਦੇ ਵਿੱਚ ਵੱਖਰੇ ਵੱਖਰੇ ਨਿਯਮ ਨੇ, ਪਰ ਗੁਰਸਿੱਖੀ ਦੇ ਅੰਦਰ ਜਦੋਂ ਅਸੀਂ ਵਿਚਾਰਦੇ ਹਾਂ ਤੇ ਚੰਗੇ ਤੇ ਬੁਰੇ ਕਰਮ, ਇਹ ਸਿੱਧਾ ਸਿੱਧਾ ਫਲਸਫਾ ਹੈ, ਕੋਈ ਟੇਢਾ ਮੇਢਾ ਜਾਂ ਵਲ ਗੁੰਝਲ ਨਹੀਂ ਹੈ ਇਹਦੇ ਵਿੱਚ ਵੀ ਬੰਦੇ ਨੂੰ ਸਮਝਣ ਦੇ ਵਿੱਚ ਜਿਹੜੀ ਹੈ ਉਹ ਕੋਈ ਮੁਸ਼ਕਿਲ ਆਵੇ, ਸਹਿਜੇ ਹੀ ਸਮਝ ਸਕਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਜੇ ਚੰਗੇ ਕਰਮ ਕਰਾਂਗੇ, ਸੇਵਾ ਸਿਮਰਨ ਪਰ ਉਪਕਾਰ, ਚੰਗਿਆਈਆਂ ਭਲਾਈਆਂ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤੇ ਇਹ ਰਸਤਾ ਜਿਹੜਾ ਹੈ ਇਹ ਪਰਮਾਤਮਾ ਦੀ ਤੇ ਜੀਵ ਦੀ ਦੂਰੀ ਨੂੰ ਮਿਟਾਉਣ ਵਾਲਾ ਹੈ। ਇਸ ਤੋਂ ਇਲਾਵਾ ਇਹਦੇ ਆਪੋਜਿਟ ਬੁਰੇ ਕਰਮ, ਔਗਣ, ਸਾਰੇ ਹੀ ਔਗਣ, ਜਿਤਨੇ ਔਗਣ ਨੇ ਉਹਨਾਂ ਨੂੰ ਤੇ ਫਾਈਆਂ ਦੀ ਤਰ੍ਹਾਂ, ਜ਼ੰਜੀਰਾਂ ਦੀ ਤਰ੍ਹਾਂ ਮਹਾਰਾਜ ਜੀ ਨੇ ਕਿਹਾ, ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਉਨੀਆਂ ਹੀ ਜ਼ੰਜੀਰਾਂ ਨੇ, ਉਨੀਆਂ ਹੀ ਫਾਈਆਂ ਨੇ। ਤੇ ਇਹ ਔਗਣ ਸਾਨੂੰ ਦਿਨ ਪ੍ਰਤੀ ਦਿਨ ਜਿਉਂ-ਜਿਉਂ ਇਹਨਾਂ ਦੇ ਵਿੱਚ ਵਾਧਾ ਹੁੰਦਾ ਹੈ, ਤਿਉਂ-ਤਿਉਂ ਸਾਡੀਆਂ ਦੂਰੀਆਂ ਪਰਮਾਤਮਾ ਤੋਂ ਇਹ ਔਗਣ ਬਣਾਉਂਦੇ ਜਾਂਦੇ ਨੇ। ਗੁਣ ਜਿਹੜੇ ਨੇ ਦੂਰੀਆਂ ਨੂੰ ਘਟਾਉਂਦੇ ਨੇ, ਔਗਣ ਦੂਰੀਆਂ ਨੂੰ ਵਧਾਉਂਦੇ ਨੇ। ਇੰਨੀ ਕੁ ਗੱਲ ਅਸੀਂ ਮਨ 'ਚ ਸਮਝ ਲਈਏ ਤੇ ਸਾਡਾ ਭਲਾ ਹੋ ਸਕਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਆਰੰਭ ਦੇ ਵਿੱਚ ਹੀ, ਇਹ 12 ਮਾਹਾ ਬਾਣੀ ਦੇ ਆਰੰਭ ਦੇ ਵਿੱਚ ਹੀ, ਕਿ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ, ਉਹਦੇ ਅੱਗੇ ਬੇਨਤੀ ਕਰੋ ਕਿ ਹੇ ਪ੍ਰਭੂ, ਆਪਣੀਆਂ ਕਿਰਤਾਂ ਕਰਮਾਂ ਦੇ ਕਾਰਨ ਅਸੀਂ ਤੇਰੇ ਤੋਂ ਵਿਛੜੇ ਹਾਂ। ਸਾਡਾ ਆਪਣਾ ਕਸੂਰ ਹੈ, ਸਾਡੇ ਔਗਣ, ਸਾਡੀਆਂ ਬੁਰਾਈਆਂ, ਸਾਡੇ ਭੈੜ ਜਿਹੜੇ ਨੇ ਜੀਵਨ ਦੇ ਵਿੱਚ, ਇਹ ਹੀ ਤੇਰੇ ਤੋਂ ਸਾਨੂੰ ਦੂਰ ਕਰਨ ਵਾਲੇ ਨੇ। ਤੂੰ ਨਹੀਂ ਕਿਸੇ ਨੂੰ ਆਪਣੇ ਤੋਂ ਦੂਰ ਕਰਦਾ। ਜਦੋਂ ਪੁੱਤਰ ਧੀਆਂ ਮਾਂ ਬਾਪ ਦਾ ਕਹਿਣਾ ਨਾ ਮੰਨਣ, ਆਖੇ ਨਾ ਲੱਗਣ, ਤੇ ਮਾਂ ਬਾਪ ਨੂੰ ਫਿਰ ਕਹਿਣਾ ਪੈਂਦਾ ਹੈ। ਇਹਦੇ ਵਿੱਚ ਮਾਂ ਬਾਪ ਦਾ ਕਸੂਰ ਨਹੀਂ ਹੈ, ਪੁੱਤਰਾਂ ਧੀਆਂ ਦਾ ਕਸੂਰ ਹੈ, ਔਲਾਦ ਦਾ ਕਸੂਰ ਹੈ ਕਿ ਜੋ ਮਾਂ ਬਾਪ ਨੇ ਕਿਹਾ, ਜੋ ਪਿਤਾ ਨੇ ਕਿਹਾ, ਉਹ ਔਲਾਦ ਨੇ ਮੰਨਿਆ ਨਹੀਂ, ਹੁਕਮ ਦੀ ਅਦੁੱਲੀ ਕੀਤੀ, ਆਪਣੀ ਮਨ ਮਰਜ਼ੀ ਕੀਤੀ,
ਆਪਣੀ ਮਨ ਮਰਜ਼ੀ ਦਾ ਸਿੱਟਾ ਤੇ ਫਿਰ ਸਿਲਾ ਤੇ ਫਿਰ ਭੋਗਣਾ ਹੀ ਪੈਣਾ ਹੈ। ਇਸ ਕਰਕੇ ਮਹਾਰਾਜ ਦੇ ਅੱਗੇ ਬੇਨਤੀ ਕਰੀਏ ਕਿ ਹੇ ਸੱਚੇ ਪਾਤਸ਼ਾਹ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਆਪਣੀਆਂ ਕਿਰਤਾਂ ਕਰਮਾਂ ਕਰਕੇ ਵਿਛੜੇ ਹਾਂ ਤੇ ਮਹਾਰਾਜ ਕਹਿੰਦੇ ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ। ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ। ਕਿਰਤ ਕਰਮ ਕੇ ਵਿਛੜੇ, ਕਿਰਤ ਕਰਮ ਕੇ ਵਿਛੜੇ। ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ ਮੇਲੋ ਰਾਮ, ਕਰ ਕਿਰਪਾ। ਚਾਰ ਕੁੰਟ ਦਹ ਦਿਸ਼ ਭ੍ਰਮੇ, ਚਾਰ ਕੁੰਟ ਦਹ ਦਿਸ਼ ਭ੍ਰਮੇ। ਥਕ ਆਏ ਪ੍ਰਭ ਕੀ ਸ਼ਾਮ, ਥਕ ਆਏ ਪ੍ਰਭ ਕੀ ਸ਼ਾਮ, ਥਕ ਆਏ। ਚਾਰੋਂ ਦਿਸ਼ਾਵਾਂ ਤੋਂ ਫਿਰ ਕੇ ਹਾਰ ਕੇ ਥੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਕਿਰਤਾਂ ਕਰਮਾਂ ਦੇ ਵਿਛੜੇ ਹੋਏ, ਅਨੇਕਾਂ ਜੂਨਾਂ ਵਿੱਚੋਂ ਭਟਕਦੇ ਹੋਏ ਇਸ ਜਨਮ ਦੇ ਵਿੱਚ ਆਏ ਹਾਂ। ਤੁਹਾਡੀ ਸ਼ਰਨ ਲਈ ਹੈ, ਕਿਰਪਾ ਕਰਕੇ ਮੇਲ ਲਿਹੋ ਦਿਆਲ। ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ। ਭ੍ਰਮਤ ਬਹੁ ਹਾਰਿਆ। ਥੱਕ ਹਾਰੇ ਹਾਂ ਹੇ ਵਾਹਿਗੁਰੂ, ਦਿਲੋਂ ਅਰਦਾਸ ਕਰੀਏ। ਬੜਾ ਚਿਰ ਹੋ ਗਿਆ, ਬਹੁਤ ਜਨਮ ਵਿਛਰੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ, ਹੁਣ ਤੇ ਲੇਖੇ ਲਾ ਦਈਏ। ਅਨੇਕ ਜਨਮ ਗੁਜ਼ਰ ਗਏ ਨੇ, ਬੜਾ ਜਨਮ ਹੋ ਗਿਆ, ਬੜਾ ਸਮਾਂ ਹੋ ਗਿਆ ਵਿਛੜਿਆਂ ਹੋਇਆਂ ਨੂੰ। ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ। ਦਰਸ਼ਨ ਦੇਖੇ ਅੰਦਰੋਂ ਵੇਦਨਾ ਹੋਵੇ। ਹਿਰਦੇ ਦੇ ਵਿੱਚੋਂ ਇਹ ਅਰਦਾਸ ਕਰਾਂਗੇ, ਉਸ ਮਾਲਕ ਦੀ ਕਿਰਪਾ ਹੋਵੇਗੀ। ਤੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਇਹ ਰਸਤਾ ਦੱਸਿਆ ਕਿ ਉਸ ਮਾਲਕ ਦੇ ਅੱਗੇ ਆਪਣਾ ਆਪਾ ਸਮਰਪਣ ਕਰ ਦਿਓ। ਇਹ ਜਨਮ ਇਸ ਵਾਸਤੇ ਹੀ, ਇਸ ਜਨਮ ਦੇ ਵਿੱਚ ਹੀ ਇਹ ਸਮਰਪਣ ਹੋ ਸਕਦਾ ਹੈ, ਸਿਲੰਡਰ ਹੋ ਸਕਦਾ ਹੈ, ਤਾਂ ਹੀ ਗੱਲ ਬਣਨੀ ਹੈ। ਹਮ ਅਬ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਰਾਖੋ ਸ਼ਰਨਾਈ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਇੱਕ ਗੱਲ ਭਗਤ ਸਧਨਾ ਜੀ ਨੇ ਬੜੀ ਪਿਆਰੀ ਕਹੀ ਹੈ ਆਪਣੀ ਬਾਣੀ ਦੇ ਵਿੱਚ। ਕਹਿੰਦੇ ਨੇ ਜਦੋਂ ਕੋਈ ਸ਼ੇਰ ਦੀ ਸ਼ਰਨ ਲੈ ਲੈਂਦਾ ਹੈ ਨਾ, ਸ਼ੇਰ ਦੀ ਸ਼ਰਨ ਦੇ ਵਿੱਚ ਫਿਰ ਕਿਸੇ ਕੁੱਤੇ ਬਿੱਲੇ ਦਾ ਡਰ ਨਹੀਂ ਰਹਿੰਦਾ। ਕੋਈ ਜਾਨਵਰ, ਕੋਈ ਤੁਸੀਂ ਅੱਜ ਕੱਲ੍ਹ ਟੀਵੀ ਦੇ ਉੱਪਰ ਵੀ ਦਿਖਾਉਂਦੇ ਨੇ ਕਿ ਜਦੋਂ ਸ਼ੇਰ ਕਿਸੇ ਦੀ ਹਿਫਾਜ਼ਤ ਕਰਨ ਦੇ ਉੱਪਰ ਆ ਜਾਂਦਾ ਹੈ, ਫਿਰ ਉਹ ਜਾਨ ਤੋੜ ਹਿਫਾਜ਼ਤ ਕਰਦਾ ਹੈ, ਹਰ ਹਰਬੇ ਤੱਕ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦਾ। ਕੋਈ ਜਾਨਵਰ ਉਹਦੇ ਨੇੜੇ ਨਹੀਂ ਆ ਸਕਦਾ ਜਿਹੜਾ ਸ਼ੇਰ ਦੀ ਸ਼ਰਨ ਦੇ ਵਿੱਚ ਹੈ, ਜਿਹਦੀ ਰੱਖਿਆ ਸ਼ੇਰ ਕਰਦਾ ਹੈ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗਰਾਸੇ। ਅਸੀਂ ਕਰਮ ਕਰਦੇ ਹਾਂ, ਚੰਗੇ ਮਾੜੇ ਅਸੀਂ ਕਰਮ ਕਰਦੇ ਹਾਂ, ਆਪਣੀ ਮਨ ਮਰਜ਼ੀ ਕਰਦੇ ਹਾਂ,
ਪਰ ਜਦੋਂ ਸਿਲੰਡਰ ਦੀ ਜਦੋਂ ਸਮਰਪਣ ਦੀ ਗੱਲ ਆਵੇ ਤੇ ਇਹ ਇੱਕ ਨੁਕਤਾ ਆਪਣੇ ਧਿਆਨ 'ਚ ਰੱਖ ਲਈਏ। ਉਹਨਾਂ ਨੇ ਇਹ ਨੁਕਤਾ ਸਾਨੂੰ ਦੱਸਿਆ, ਕਹਿੰਦੇ ਇੱਕ ਭੇਖਧਾਰੀ ਜਿਹੜਾ ਸੀ, ਜੇ ਉਸ ਦੀ ਤੁਸੀਂ ਪੈਜ ਰੱਖ ਲਈ ਤੇ ਫਿਰ ਅਸੀਂ ਵੀ ਤੇ ਭੇਖਧਾਰੀ ਹਾਂ, ਅਸੀਂ ਵੀ ਤੇ ਧਰਮ ਦਾ ਚੰਗਿਆਈਆਂ ਦਾ ਚੋਗਾ ਪਾ ਕੇ ਉੱਤੋਂ ਤੇ ਅੰਦਰੋਂ ਕੁਝ ਹੋਰ ਜੀਵਨ ਲਈ ਫਿਰਦੇ ਹਾਂ। ਇਹ ਤੁਸੀਂ ਜਾਣਦੇ ਹੋ ਸਾਡੀ ਹਾਲਤ, ਅਸੀਂ ਕੀ ਹਾਂ, ਚੰਗੇ ਬੁਰੇ ਇਹ ਤੁਸੀਂ ਸਮਝਦੇ ਹੋ, ਕੋਈ ਹੋਰ ਨਹੀਂ ਸਮਝ ਸਕਦਾ। ਆਪਣੇ ਵੱਲੋਂ ਤੇ ਅਸੀਂ ਚੰਗੇ ਹੀ ਬਣ ਕੇ ਲੋਕਾਂ ਨੂੰ ਦਰਸਾਉਂਦੇ ਹਾਂ, ਪਰ ਚੰਗਿਆਈਆਂ ਬੁਰਾਈਆਂ ਵਾਚਣ ਵਾਲਾ, ਦੇਖਣ ਵਾਲਾ ਉਹ ਮਾਲਕ ਹੈ। ਇਸ ਕਰਕੇ ਇਹ ਅਰਦਾਸ ਕਰਨਾ ਕਿ ਜੇ ਤੁਸੀਂ ਚਾਹੋ ਤੇ ਸਾਡੇ ਕਰਮਾਂ ਦਾ ਵੀ ਨਾਸ਼ ਕਰ ਸਕਦੇ ਹੋ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕਤ ਜਾਈਏ, ਜੋ ਜੰਬੁਕ ਗਰਾਸੇ। ਜੰਬੁਕ ਕਹਿੰਦੇ ਨੇ ਗਿੱਦੜ ਨੂੰ। ਸਿੰਘ ਸ਼ਰਨ ਕਤ ਜਾਈਏ, ਨਾਲ ਕਹਿ ਦਿੱਤਾ, ਹੇ ਜਗਤ ਗੁਰਾ, ਹੇ ਵਾਹਿਗੁਰੂ, ਹੇ ਪਰਮੇਸ਼ਰ, ਕੀ ਫਿਰ ਗੁਣ ਰਹਿ ਗਿਆ ਤੇਰੀ ਸ਼ਰਨ ਦੇ ਵਿੱਚ ਆਉਣ ਦਾ? ਜੇ ਤੇਰੀ ਸ਼ਰਨ ਦੇ ਵਿੱਚ ਆ ਕੇ ਗਿੱਦੜਾਂ ਦਾ ਭੈ ਰਹਿਣਾ ਹੈ। ਸਿੰਘ ਸ਼ਰਨ, ਸਿੰਘ ਸ਼ੇਰ ਨੂੰ ਕਹਿੰਦੇ ਨੇ। ਸਿੰਘ ਸ਼ਰਨ ਕਤ ਜਾਈਏ, ਫਿਰ ਕੀ ਰਹਿ ਗਿਆ? ਜਾਣ ਦਾ ਫਾਇਦਾ ਕੀ ਹੋਇਆ? ਜੋ ਜੰਬੁਕ ਗਰਾਸੇ, ਗਰਾਸੇ ਦਾ ਮਤਲਬ ਗਰਸਣਾ, ਖਾਣਾ। ਜੇ ਗਿੱਦੜਾਂ ਦੇ ਖਾਣ ਦਾ ਹੀ ਡਰ ਰਵੇ, ਭੈ ਰਵੇ, ਮੁੱਕ ਜਾਂਦਾ ਹੈ। ਇੱਦਾਂ ਦੀ ਅਰਦਾਸ ਜਿਹੜੀ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਕਰਾਂਗੇ, ਗੁਰੂ ਕਿਰਪਾ ਕਰੇਗਾ। ਸਤਿਗੁਰੂ ਕਹਿੰਦੇ ਨੇ, ਅਰਦਾਸ ਕਰੋ ਕਿ ਧੇਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕੁਮਲਾਵਤੀ, ਉਪਜੇ ਨਾਹੀ ਦਾਮ। ਫਸਲ ਨੂੰ ਪਾਣੀ ਨਾ ਮਿਲੇ ਤੇ ਉਹ ਫਸਲ ਦਾ ਮੁੱਲ ਮੰਡੀ ਦੇ ਵਿੱਚ ਪੈਂਦਾ ਹੈ। ਜਲ ਬਿਨ ਸ਼ਾਖ ਕੁਮਲਾਵਤੀ, ਉਹ ਤੇ ਕੁਮਲਾ ਜਾਂਦੀ ਹੈ ਪਾਣੀ ਤੋਂ ਬਿਨਾਂ। ਉਹਦੇ ਦਾਮ ਨਹੀਂ ਉਪਜਦੇ, ਉਹਦੇ ਦਾਮ ਨਹੀਂ ਮਿਲਦੇ, ਪੈਸੇ ਨਹੀਂ ਮਿਲਦੇ ਮੰਡੀ ਦੇ ਵਿੱਚੋਂ ਉਸ ਫਸਲ ਦੇ। ਜਿਸ ਫਸਲ ਨੂੰ ਪਾਣੀ ਨਾ ਮਿਲਿਆ ਹੋਏ ਉਹ ਤੇ ਮਰ ਜਾਂਦੀ ਹੈ। ਜਿਹੜੀ ਗਾਂ ਦੁੱਧ ਨਾ ਦਿੰਦੀ ਹੋਵੇ, ਭਲਾ ਉਹਨੂੰ ਕੋਈ ਘਰ ਦੇ ਵਿੱਚ ਕੋਈ ਰੱਖਦਾ ਹੈ? ਧੇਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕੰਮ। ਮਹਾਰਾਜਾਂ ਦੇ ਕਿਸੇ ਕੰਮ ਨਹੀਂ ਆਉਂਦੀ। ਧੇਨ ਗਾਂ ਨੂੰ ਕਹਿੰਦੇ ਨੇ। ਦੁੱਧੇ ਤੇ ਬਾਹਰੀ, ਦੁੱਧ ਦੇਣ ਤੋਂ ਅਸਮਰੱਥ ਹੋਵੇ ਜਿਹੜੀ। ਧੇਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਕਿਸੇ ਕੰਮ ਨਹੀਂ ਆਉਂਦੀ। ਬੇਸ਼ੱਕ ਲੋਕੀ ਗਊ ਮਾਤਾ ਕਹਿ ਕੇ ਪੂਜਦੇ ਹੋਣ ਸਾਡੇ ਭਾਰਤ ਦੇ ਵਿੱਚ, ਪਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਵਗ ਫਿਰਦੇ ਨੇ ਐਸੀਆਂ ਗਾਵਾਂ ਦੇ ਜਿਹੜੀਆਂ ਦੁੱਧ ਨਹੀਂ ਦਿੰਦੀਆਂ। ਦੁੱਧ ਦਿੰਦੀਆਂ ਨੇ ਤੇ ਮਾਤਾ ਹੈ, ਤੇ ਜੇ ਨਹੀਂ ਦਿੰਦੀ ਤੇ ਫਿਰ ਉਹ ਕੱਖ ਵੀ ਨਹੀਂ ਹੈ। ਇਹ ਸੱਚ ਹੈ। ਬਾਕੀ ਅਸੀਂ ਰਾਜਨੀਤੀ ਜਿੰਨੀ ਮਰਜ਼ੀ ਕਰੀ ਜਾਈਏ, ਪਰ ਹਜ਼ੂਰ ਨੇ ਬਾਣੀ 'ਚ ਕਹਿ ਦਿੱਤਾ, ਧੇਨ ਦੁੱਧੇ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਗਾਂ ਦੁੱਧ ਨਾ ਦਿੰਦੀ ਹੋਵੇ, ਕਿਸੇ ਕੰਮ ਦੀ ਨਹੀਂ, ਤੇ ਉਹਨੂੰ ਕੋਈ ਆਪਣੇ ਘਰ 'ਚ ਨਹੀਂ ਰੱਖਦਾ। ਜਿਹਦੇ ਤੋਂ ਕੋਈ ਸਵਾਰਥ ਨਹੀਂ ਹੈ, ਜਿਹੜਾ ਪਸ਼ੂ ਕਿਸੇ ਕੰਮ ਨਹੀਂ ਆ ਰਿਹਾ, ਉਸ ਨੂੰ ਕੋਈ ਨਹੀਂ ਰੱਖਦਾ। ਯਾਦ ਰੱਖਿਓ, ਪਰਮਾਤਮਾ ਦੇ ਦਰ ਦੇ ਵਿੱਚ ਵੀ ਨਿਕੰਮੇ ਬੰਦਿਆਂ ਵਾਸਤੇ, ਵਿਹਲੜ ਬੰਦਿਆਂ ਵਾਸਤੇ ਕੋਈ ਥਾਂ ਨਹੀਂ ਹੈ। ਗੁਣਹੀਣ ਬੰਦਿਆਂ ਵਾਸਤੇ ਪ੍ਰਭੂ ਦੇ ਘਰ ਦੇ ਵਿੱਚ ਵੀ ਕੋਈ ਥਾਂ ਨਹੀਂ ਹੈ। ਇਸ ਦੁਨੀਆ ਦਾ ਵੀ ਦਸਤੂਰ ਇਹੀ ਹੈ, ਮਾਲਕ ਦਾ, ਵਾਹਿਗੁਰੂ ਦਾ ਦਸਤੂਰ ਵੀ ਇਹੀ ਹੈ। ਉਹਦੇ ਘਰ ਦੇ ਵਿੱਚ ਹੀ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਧਾਰਨ ਕੀਤੇ ਤੋਂ ਬਿਨਾਂ, ਚੰਗਿਆਈਆਂ ਤੋਂ ਬਿਨਾਂ। ਅੱਛਾ, ਘਰ ਦੇ ਵਿੱਚ ਤੁਸੀਂ ਦੇਖ ਲਓ, ਜਿਹੜਾ ਬੰਦਾ ਕੰਮ ਕਰਦਾ ਹੈ ਉਹਦੀ ਪੁੱਛ ਪ੍ਰਤੀਤ ਹੁੰਦੀ ਹੈ। ਜਿਹਨੇ ਕਿਰਤ ਕਰਨੀ ਹੈ, ਕੰਮ ਦੇ ਵਿੱਚ ਲੱਗੇ ਰਹਿਣਾ ਹੈ, ਮਾਂ-ਬਾਪ ਵੀ ਉਹਦਾ ਧਿਆਨ ਰੱਖਦੇ ਨੇ, ਸਾਰੇ ਉਹਨੂੰ ਰੋਟੀ ਪਾਣੀ ਟਾਈਮ ਦੇ ਨਾਲ ਦਿੰਦੇ ਨੇ, ਖਿਆਲ ਰੱਖਦੇ ਨੇ। ਪਰ ਜਿਹੜੇ ਬੰਦੇ ਕੋਲ ਕੋਈ ਕੰਮ ਧੰਦਾ ਨਾ ਹੋਵੇ, ਵਿਹਲਾ ਹੋਵੇ, 12-12 ਵਜੇ ਸੁੱਤਾ ਉੱਠਿਆ ਹੋਵੇ, ਉਹਨੂੰ ਕੋਈ ਪੁੱਛਦਾ ਹੈ? ਕੋਈ ਕਹਿੰਦੇ ਨਿਕੰਮਾ ਬੰਦਾ ਹੈ, ਨਾ ਕੋਈ ਕੰਮ ਨਾ ਧੰਦਾ, ਵਿਹਲਾ, ਉਹਦੀ ਕੋਈ ਪੁੱਛ ਗਿੱਛ ਨਹੀਂ ਹੈ। ਕੀਮਤ ਉਸ ਦੀ ਹੈ ਜਿਹਦੇ ਵਿੱਚ ਗੁਣ ਨੇ, ਜਿਹਦੇ ਵਿੱਚ ਭਗਤੀ ਭਾਵ ਨਹੀਂ, ਸੇਵਾ ਸਿਮਰਨ ਨਹੀਂ, ਪਰ ਉਪਕਾਰ ਨਹੀਂ, ਉਹ ਬੰਦਾ ਵੀ ਕਿਸੇ ਕੰਮ ਦਾ ਨਹੀਂ ਹੈ। ਰੱਬੀ ਯਾਦ ਤੋਂ ਬਿਨਾਂ ਬਾਕੀ ਸਭ ਕੁਝ ਜਿਹੜਾ ਹੈ ਵਿਅਰਥ ਹੈ। ਹਜ਼ੂਰ ਜਿੱਥੇ ਯਾਦ ਹੈ,
ਜਿੱਥੇ ਨਾਮ ਹੈ ਉੱਥੇ ਸਾਰੇ ਹੀ ਗੁਣ ਤੇ ਸਾਰੀਆਂ ਹੀ ਚੰਗਿਆਈਆਂ ਆ ਜਾਣੀਆਂ ਨੇ। ਜਿੱਥੇ ਇੱਕ ਰੱਬ ਦੀ ਯਾਦ ਨਹੀਂ, ਇੱਕ ਪਰਮਾਤਮਾ ਦਾ ਨਾਮ ਨਹੀਂ, ਉੱਥੇ ਕੱਖ ਵੀ ਨਹੀਂ ਜੇ ਹੋਣਾ। ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕੁਮਲਾਵਤੀ ਉਪਜੇ ਨਾਹੀ ਦਾਮ, ਹਰ ਨਾਹ ਨਾ ਮਿਲੀਏ ਸਾਜਨੈ ਕਤ ਪਾਈਏ ਵਿਸ਼ਰਾਮ। ਜਿੰਨੀ ਦੇਰ ਤੱਕ ਆਤਮਾ ਨੂੰ ਪਰਮਾਤਮਾ ਨਹੀਂ ਮਿਲਦਾ, ਆਤਮਾ ਦਾ ਵੀ ਕੋਈ ਟਿਕਾਣਾ ਨਹੀਂ ਹੈ, ਉਹਨੂੰ ਵੀ ਕੋਈ ਵਿਸ਼ਰਾਮ ਨਹੀਂ ਮਿਲ ਸਕਦਾ, ਉਹਨੂੰ ਵੀ ਸ਼ਾਂਤੀ ਟਿਕਾਓ ਨਹੀਂ ਮਿਲ ਸਕਦਾ। ਉਦੋਂ ਹੀ ਟਿਕਦੀ ਹੈ ਜਦੋਂ ਆਤਮਾ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਵੇ। ਉਨੀ ਦੇਰ ਤੱਕ ਆਤਮਾ ਭਟਕਦੀ ਹੀ ਰਹਿੰਦੀ ਹੈ। ਕਤ ਪਾਈਏ ਵਿਸ਼ਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਜਿਨ੍ਹਾਂ ਘਰਾਂ ਦੇ ਵਿੱਚ ਨਾ ਕੰਤ ਨਹੀਂ ਹੁੰਦਾ। ਇਸਤਰੀ ਨੂੰ ਪੁੱਛ ਕੇ ਵੇਖੋ, ਜਿਹਦਾ ਪਤੀ ਬਾਹਰ ਗਿਆ ਹੋਵੇ ਉਹਨੂੰ ਘਰ ਚੰਗਾ ਲੱਗਦਾ ਹੈ? ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਫਿਰ ਘਰ ਨਹੀਂ ਆਵੇ ਮਰੀਏ ਹਾਵੇ, ਦਾਮਨ ਚਮਕ ਡਰਾਏ ਸੇਜ ਸੁਖਾਲੀ, ਨੀਂਦ ਨੈਨੋ ਫਿਰ ਪਰਦੇਸ ਸਿਧਾਏ। ਸੇਜ ਵੀ ਚੰਗੀ ਨਹੀਂ ਲੱਗਦੀ, ਖਾਣਾ ਪੀਣਾ ਵੀ ਨਹੀਂ ਚੰਗਾ ਲੱਗਦਾ। ਜਿਹਦਾ ਪਿਰ ਪਰਦੇਸ ਸਿਧਾਏ, ਜਿਹਦਾ ਪਤੀ ਪਰਦੇਸ ਸਿਧਾਰਿਆ ਹੋਵੇ, ਪਰਦੇਸ ਗਿਆ ਹੋਵੇ, ਉਹਨੂੰ ਬਿਜਲੀ ਵੀ ਡਰਾਉਂਦੀ ਹੈ, ਬੱਦਲ ਗਰਜਦੇ ਵੇ ਉਹ ਤੋਂ ਵੀ ਉਹਨੂੰ ਡਰ ਲੱਗਦਾ ਹੈ। ਦਾਮਨ ਚਮਕ ਡਰਾਏ। ਮਹਾਰਾਜ ਕਹਿੰਦੇ ਨੇ ਜਿਤ ਘਰ ਹਰ ਕੰਤ ਨਾ ਪ੍ਰਗਟਈ। ਇਸੇ ਤਰ੍ਹਾਂ ਜਿਸ ਹਿਰਦੇ ਘਰ ਦੇ ਵਿੱਚ, ਜਿਸ ਜੀਵ ਇਸਤਰੀ ਦੇ ਘਰ ਦੇ ਵਿੱਚ ਹਰੀ ਕੰਤ ਪ੍ਰਗਟ ਨਹੀਂ ਹੋਇਆ, ਭੱਠ ਨਗਰ ਸੇ ਗ੍ਰਾਮ, ਉਹਨੂੰ ਸਾਰਾ ਕੁਝ ਭਿਆਨਕ ਤਪਦੇ ਹੋਏ ਭੱਠਿਆਂ ਦੀ ਤਰ੍ਹਾਂ ਲੱਗਦਾ ਹੈ। ਉਹਨੂੰ ਘਰ-ਬਾਰ ਚੰਗਾ ਨਹੀਂ ਲੱਗਦਾ। ਭੱਠ ਨਗਰ ਸੇ ਗ੍ਰਾਮ, ਉਹਨੂੰ ਖਾਣਾ ਪੀਣਾ ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਖਾਮ ਦਾ ਮਤਲਬ ਵਿਅਰਥ, ਖਾਣਾ ਪੀਣਾ ਸਭ ਵਿਅਰਥ ਹੈ ਉਹਦੇ ਵਾਸਤੇ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਪ੍ਰਭੂ ਸੁਆਮੀ ਕੰਤ ਤੋਂ ਜਿਹੜੀਆਂ ਵਿਹੂਣੀਆਂ ਇਸਤਰੀਆਂ ਨੇ, ਉਹਨਾਂ ਨੂੰ ਮਿੱਤਰ ਸੱਜਣ ਵੀ ਜਿਹੜੇ ਚੰਗੇ ਨਹੀਂ ਲੱਗਦੇ। ਮਿਲਣ ਗਿਲਣ ਵਾਲੇ ਜਿਹੜੇ, ਉਹ ਵੀ ਨਹੀਂ ਚੰਗੇ ਲੱਗਦੇ। ਪਤੀ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਤਾਂ ਹੀ ਮਹਾਰਾਜ ਨੇ ਕਹਿ ਦਿੱਤਾ ਕਿ ਨਾਨਕ ਕੀ ਬੇਨੰਤੀਆ ਕਰ ਕਿਰਪਾ ਮੇਲੋ ਰਾਮ। ਨਾਨਕ ਦੀ ਬੇਨਤੀ ਹੈ, ਹੇ ਵਾਹਿਗੁਰੂ ਜੀ ਕਿਰਪਾ ਕਰਕੇ ਉਸ ਪਰਮਾਤਮਾ ਦਾ ਮਿਲਾਪ ਕਰਾ ਦਿਓ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਜਿਹਦਾ ਘਰ ਨਿਹਚਲ ਹੈ, ਅਡੋਲ ਹੈ, ਉਹਦਾ ਮਿਲਾਪ ਕਰਾ ਦਿਓ। ਜਿਹਦੇ ਤੋਂ ਅਸੀਂ ਵਿਛੜੇ ਹੋਏ ਹਾਂ ਉਸ ਨੂੰ ਮਿਲ ਪਈਏ। ਇਹ ਜੀਵਨ ਦਾ ਸਾਰ ਹੈ ਇਸ 12 ਮਾਹ ਬਾਣੀ ਦੇ ਅੰਦਰ। ਅੱਗੇ ਚੇਤ ਮਹੀਨੇ ਤੋਂ ਆਰੰਭ ਹੋ ਕਰਕੇ ਤੇ 12 ਮਹੀਨੇ ਫਲਗੁਣ ਤੱਕ ਇੱਕ ਇੱਕ ਨਾਮ ਦੇ ਨਾਲ ਸਤਿਗੁਰਾਂ ਨੇ ਆਤਮਿਕ ਉਪਦੇਸ਼ ਦਿੱਤਾ ਹੈ। ਔਰ ਇਹਦੇ ਦੋ ਜਿਹੜੇ ਨੇ ਕਰੈਕਟਰ ਨੇ ਇਸ ਬਾਣੀ ਦੇ, ਇੱਕ ਹੈ ਪਰਮਾਤਮਾ ਨਾਇਕ ਤੇ ਨਾਇਕਾ ਹੈ ਜੀਵਾਤਮਾ। ਨਾਇਕ ਹੈ, ਹੀਰੋ ਹੈ ਪਰਮਾਤਮਾ, ਤੇ ਨਾਇਕਾ ਜੀਵਾਤਮਾ। ਅਸੀਂ ਸਾਰੀਆਂ ਹੀ ਜੀਵਾਤਮਾਵਾਂ। ਸਰੀਰ ਦਾ ਕੋਈ ਫਰਕ ਨਹੀਂ ਹੈ, ਸਰੀਰਕ ਪੱਧਰ ਦੀ ਗੱਲ ਨਹੀਂ ਹੈ। ਸਰੀਰ ਨਰ ਹੋਵੇ ਮਾਦਾ ਹੋਵੇ, ਆਤਮਿਕ ਤੌਰ ਤੇ ਅਸੀਂ, ਮਹਾਰਾਜ ਬਾਣੀ 'ਚ ਕਹਿੰਦੇ ਨੇ, ਸਾਰੀਆਂ ਇਸਤਰੀਆਂ ਹੀ ਹਾਂ। ਇਸ ਜੱਗ ਮੈਂ ਪੁਰਖ ਏਕ ਹੈ, ਉਹ ਕਰਤਾ ਪੁਰਖ ਹੈ। ਇਸ ਸੰਸਾਰ ਦੇ ਵਿੱਚ ਕੇਵਲ ਇੱਕ ਹੀ ਪੁਰਖ ਹੈ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬਾਕੀ ਸਾਰੀਆਂ ਨਾਰਾਂ ਨੇ, ਚਾਹੇ ਨਾਰੇ ਚਾਹੇ ਮਦੀਨ ਹੈ ਕਿਸੇ ਦਾ ਸਰੀਰ। ਆਤਮਿਕ ਤੌਰ ਤੇ ਸਾਰੀਆਂ ਇਸਤਰੀਆਂ ਨੇ। ਇੱਕੋ ਪੁਰਖ ਸਬਾਈ ਨਾਰ। ਬਾਣੀ ਦੇ ਵਿੱਚ ਮਹਾਰਾਜ ਨੇ ਅਨੇਕ ਥਾਵਾਂ ਤੇ ਇਸ ਗੱਲ ਨੂੰ ਕਿਹਾ ਹੈ। ਤੋ ਮਹਾਰਾਜ ਕਹਿੰਦੇ ਨੇ ਕਿ ਆਤਮਾ ਤੇ ਪਰਮਾਤਮਾ ਦਾ ਮਿਲਾਪ ਕਿਵੇਂ ਹੋਵੇ, ਇਸ ਬਾਣੀ ਦੇ ਰਾਹੀਂ ਸਤਿਗੁਰੂ 12 ਮਾਹ ਇਹ ਸੁੰਦਰ ਕਾਵ ਰਚਨਾ ਦੇ ਰਾਹੀਂ ਸਾਡੇ ਮਨ ਨੂੰ, ਸਾਡੇ ਹਿਰਦੇ ਨੂੰ ਵਿੰਨਣ ਵਾਲੇ ਸ਼ਬਦਾਂ ਦੇ ਨਾਲ ਸਤਿਗੁਰਾਂ ਨੇ ਉਹ ਵਲਵਲੇ ਜਿਹੜੇ ਨੇ ਜੀਵ ਆਤਮਾ ਤੇ ਪਰਮਾਤਮਾ ਦੇ, ਉਹ ਵਲਵਲਿਆਂ ਨੂੰ ਬਾਣੀ ਦਾ ਰੂਪ ਦੇ ਕਰਕੇ ਸਾਨੂੰ ਸਮਝਾਣਾ ਕੀਤਾ ਹੈ। ਅੱਜ
ਮੱਘਰ ਦਾ ਮਹੀਨਾ ਮਿੱਠੀ ਪਿਆਰੀ ਰੁੱਤ ਦਾ ਆਰੰਭ ਹੋਇਆ ਹੈ। ਜਿਹੋ ਜਿਹੀ ਰੁੱਤ ਹੈ ਉਹ ਜਿਹੇ ਸ਼ਬਦ ਸਤਿਗੁਰੂ ਨੇ ਇਸ ਬਾਣੀ ਦੇ ਵਿੱਚ ਵਰਤੇ ਨੇ। ਜੇ ਹਾੜ ਦਾ ਮਹੀਨਾ ਹੈ ਤੇ ਹਾੜ ਦੇ ਵਿੱਚ ਤਪਸ਼ ਹੁੰਦੀ ਹੈ, ਤੇ ਸਤਿਗੁਰਾਂ ਨੇ ਉਸ ਤਪਸ਼ ਦੀ ਵੀ ਵਿਆਖਿਆ ਕੀਤੀ। ਅਸਾੜ ਤਪੰਦਾ ਤਿਸ ਲੱਗੇ, ਹਰ ਨਾਹ ਨ ਜਿੰਨਾ ਪਾਸ। ਵਿਕਾਰਾਂ ਦੀ ਤਪਸ਼ ਉਹਨੂੰ ਲੱਗਦੀ ਹੈ ਜਿਹਦੇ ਅੰਦਰ ਯਾਦ ਨਹੀਂ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦੀ ਤਪਸ਼। ਜੇ ਤੁਖਾਰ ਦੀ ਗੱਲ ਹੈ, ਠੰਡ ਦੀ ਗੱਲ ਹੈ, ਤੇ ਪਾਤਸ਼ਾਹ ਕਹਿੰਦੇ ਨੇ ਕੋਰਾਪਨ ਜਿਹੜਾ ਹੈ ਇਹ ਠੰਡ ਹੈ, ਉਸ ਨੂੰ ਨਹੀਂ ਵਿਆਪਦਾ। ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰਨਾ, ਅਗਲਾ ਜਿਹੜਾ ਮਹੀਨਾ ਆਉਣਾ ਹੈ। ਇਸੇ ਤਰ੍ਹਾਂ ਬਾਣੀ ਦੇ ਵਿੱਚ ਬੜੇ ਸੁਖੈਨ ਤੇ ਸਹਿਜੇ ਹੀ ਸਾਡੀ ਸਮਝ ਦੇ ਵਿੱਚ ਆਉਣ ਵਾਲੇ ਅੱਖਰ ਤੇ ਬਿਰਤਾਂਤ ਜਿਹੜੇ ਨੇ ਉਹ ਸਿਰਜ ਕਰਕੇ ਸਾਡੀ ਆਤਮਾ ਨੂੰ ਟੁੰਬਣਾ ਕੀਤਾ ਹੈ। ਇਹ ਸੁੱਤਾ ਹੋਇਆ ਮਨ, ਇਹ ਸੁੱਤੀ ਹੋਈ ਆਤਮਾ ਜਾਗ ਪਵੇ ਤੇ ਆਪਣੀ ਯਾਤਰਾ ਜਿਹੜੀ ਹੈ ਜੀਵਨ ਦੀ ਉਹ ਸਫਲ ਕਰ ਲਵੇ। ਸਤਿਗੁਰੂ ਕਹਿੰਦੇ ਨੇ ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਮੱਘਰ ਦੇ ਰਾਰੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਸਾਫ਼ ਹੈ ਮੱਘਰ ਦੇ ਮਹੀਨੇ ਦੇ ਦੁਆਰਾ ਦਿੱਤਾ ਹੋਇਆ ਉਪਦੇਸ਼। ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਮੱਘਰ ਦੇ ਮਹੀਨੇ 'ਚ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਜੀਵ ਇਸਤਰੀਆਂ ਆਪਣੇ ਪਤੀ ਨਾਲ ਬੈਠਦੀਆਂ ਨੇ ਉਹ ਸੋਹਣੀਆਂ ਲੱਗਦੀਆਂ ਨੇ। ਸੁਹੰਦੀਆਂ ਦਾ ਮਤਲਬ ਸ਼ੋਭਦੀਆਂ ਨੇ। ਅੱਛਾ, ਇੱਕ ਸਮਾਜਿਕ ਨਿਯਮ ਦਾ ਹੀ ਅਸੀਂ ਉਲੇਖ ਕਰ ਲਈਏ। ਜੇ ਕਿਸੇ ਦੀ ਪਤਨੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਬੰਦੇ ਦੇ ਨਾਲ ਬੈਠੀ ਹੋਵੇ ਤੇ ਕੋਈ ਸ਼ੋਭਾ ਕਰਦਾ ਹੈ? ਕੋਈ ਨਹੀਂ ਸ਼ੋਭਾ ਕਰਦਾ। ਇਹ ਤਾਂ ਜ਼ਰੂਰ ਕਹਿਣਗੇ ਵੀ ਉਸ ਬੀਬੀ ਨੂੰ ਮੈਂ ਫਲਾਣੇ ਬੰਦੇ ਦੇ ਨਾਲ ਵੇਖਿਆ ਸੀ, ਕਿਸੇ ਪਰ ਪੁਰਖ ਦੇ ਨਾਲ ਦੇਖਿਆ ਸੀ। ਇਹ ਸ਼ੋਭਾ ਨਹੀਂ ਹੈ। ਸ਼ੋਭਾ ਉਹ ਹੈ ਜਦੋਂ ਉਹ ਆਪਣੇ ਪਤੀ ਨਾਲ ਉੱਠਦੀ ਬੈਠਦੀ, ਬਾਹਰ ਅੰਦਰ ਆਪਣੇ ਪਤੀ ਦੇ ਸੰਗ ਹੀ ਰਹਿੰਦੀ ਹੈ, ਉਹਦੇ ਨਾਲ ਹੀ ਰਹਿੰਦੀ ਏ, ਉਹਦਾ ਹੀ ਸਾਥ ਕਰਦੀ ਏ, ਕਿਸੇ ਪਰ ਪੁਰਖ ਵੱਲ ਝਾਕਦੀ ਨਹੀਂ, ਦੇਖਦੀ ਨਹੀਂ। ਕਬੀਰ ਸਾਹਿਬ ਨੇ ਸੁਹਾਗਣ ਇਸਤਰੀ ਦਾ ਜਿਹੜਾ ਸਾਡੇ ਸਾਹਮਣੇ ਨਮੂਨਾ ਰੱਖਿਆ ਉਹ ਇਹ ਹੀ ਏ। ਟੁਡੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸੁਹਾਗਣ ਇਸਤਰੀ ਦੀ ਇਹ ਪਰਿਭਾਸ਼ਾ ਹੈ। ਜਿਨ੍ਹਾਂ ਨੂੰ ਸੁਹਾਗਣਾ ਕਹਿੰਦੇ ਨੇ ਉਹ ਆਪਣੇ ਪਤੀ ਤੋਂ ਇਲਾਵਾ ਹੋਰ ਕਿਸੇ ਵੱਲ ਨਹੀਂ ਝਾਕਦੀਆਂ। ਉਹਨਾਂ ਦੇ ਅੰਦਰ ਆਪਣੇ ਪਤੀ ਦਾ ਹੀ ਪਿਆਰ ਹੁੰਦਾ ਹੈ। ਸੁਹਾਗਣ ਦੀ ਇਹ ਨਿਸ਼ਾਨੀ ਹੈ। ਪਾਤਸ਼ਾਹ ਕਹਿੰਦੇ ਨੇ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ। ਅੰਦਰ ਸੱਚ ਹੈ, ਮੂੰਹ ਸਾਫ਼ ਹੈ, ਦਾਮਨ ਸਾਫ਼ ਹੈ। ਪਤੀ ਦੇ ਨਾਲ ਰਹਿਣ ਵਾਲੀ ਪਤੀ ਬ੍ਰਤਾ, ਇਹਨੂੰ ਇਹੀ ਸ਼ਬਦ ਕਹਿੰਦੇ ਨੇ ਨਾ ਸਾਡੇ ਸਮਾਜ ਵਿੱਚ। ਇੱਕ ਸ਼ਬਦ ਹੈ ਪਤਨੀ ਬ੍ਰਤਾ, ਇੱਕ ਸ਼ਬਦ ਹੈ ਪਤੀ ਬ੍ਰਤਾ। ਇੱਕ ਪਤਨੀ ਤੋਂ ਇਲਾਵਾ, ਆਪਣੀ ਪਤਨੀ ਤੋਂ ਇਲਾਵਾ ਹੋਰ ਕਿਸੇ ਇਸਤਰੀ ਵੱਲ ਨਾ ਦੇਖਣਾ, ਇਹ ਸਮਾਜਿਕ ਨਿਯਮ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਰਹਿਣ ਦਾ, ਸਮਾਜ ਵਿੱਚ ਰਹਿਣ ਦਾ ਦਿੱਤਾ ਹੈ, ਸਾਡੀ ਮਰਿਆਦਾ ਹੈ। ਪੁਰਖ ਨੇ ਪਰਾਈ ਇਸਤਰੀ ਵੱਲ ਨਹੀਂ ਦੇਖਣਾ, ਆਪਣੇ ਕਰੈਕਟਰ ਨੂੰ, ਆਪਣੇ ਆਚਰਣ ਨੂੰ ਸਾਫ਼ ਰੱਖਣਾ ਹੈ। ਤੇ ਇਸਤਰੀ ਨੇ ਪਰਾਏ ਪੁਰਖ ਵੱਲ ਨਹੀਂ ਦੇਖਣਾ। ਮੈਂ ਅਕਸਰ ਇੱਕ ਉਦਾਹਰਣ ਜਿਹੜੀ ਹੈ, ਜਦੋਂ ਮਾਤਾ ਭਾਨੀ ਜੀ ਉਹਨਾਂ ਦਾ ਆਨੰਦ ਕਾਰਜ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ, ਤੇ ਉਹਦੀ ਉਦਾਹਰਣ ਅਕਸਰ ਵਿਆਹ ਕਾਰਜਾਂ, ਆਨੰਦ ਕਾਰਜਾਂ ਦੇ ਉੱਪਰ ਗੁਰਮੁਖਾਂ ਦੇ ਕੋਲੋਂ ਸੁਣੀ ਦੀ ਹੈ। ਮੈਂ ਖੁਦ ਵੀ ਦਿੰਦਾ ਹਾਂ ਜਦੋਂ ਸਮਾਂ ਮਿਲਦਾ ਹੈ। ਇਹ ਮਹਾਰਾਜ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਨੰਦ ਪੜ੍ਹਾਏ, ਜਦੋਂ ਵਿਆਹ ਕਾਰਜ ਕੀਤਾ ਆਪਣੀ ਸੁਪੁੱਤਰੀ ਦਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ, ਤੇ ਕਹਿੰਦੇ ਉਹਨਾਂ ਨੇ 3 ਪੱਬੇ ਦਿੱਤੇ। 3 ਪੱਬੇ ਕਿ ਬੇਟੀ ਇਹ 3 ਪੱਬੇ ਜਿਹੜੇ ਨੇ ਇਹ ਸਦਾ ਯਾਦ ਰੱਖਣਾ।
ਇਹ ਤਿੰਨ ਭੱਬੇ ਬੀਬੀ ਭਾਨੀ ਨਹੀਂ, ਸਾਰੇ ਪਿਤਾਵਾਂ ਵੱਲੋਂ ਆਪਣੀਆਂ ਪੁੱਤਰੀਆਂ ਦੇ ਲਈ ਨੇ। ਅਸੀਂ ਸਾਰੇ ਇਸ ਗੱਲ ਨੂੰ ਵਸਾ ਲਈਏ, ਜਿੰਨੀਆਂ ਬੀਬੀਆਂ ਨੇ ਉਹ ਇਹ ਤਿੰਨ ਭੱਬੇ ਸਿੱਖ ਲਈਏ ਤਾਂ ਸਾਡਾ ਸਾਰਿਆਂ ਦਾ ਜੀਵਨ ਜਿਹੜਾ ਹੈ, ਆਚਰਣ ਜਿਹੜਾ ਹੈ, ਗ੍ਰਸਥ ਜਿਹੜਾ ਹੈ, ਗ੍ਰਸਥ ਜੀਵਨ ਜਿਹੜਾ ਹੈ ਸੋਹਣਾ ਹੋ ਜਾਵੇਗਾ। ਗ੍ਰਸਥ ਜੀਵਨ ਦੇ ਵਿੱਚ ਬੜੇ ਛੋਟੇ ਛੋਟੇ ਝਗੜੇ ਝਮੇਲੇ ਬੜਾ ਵੱਡਾ ਰੂਪ ਧਾਰਨ ਕਰ ਲੈਂਦੇ ਨੇ, ਬੜਾ ਵੱਡਾ ਕਲੇਸ਼ ਪੈਦਾ ਹੋ ਜਾਂਦਾ ਹੈ ਘਰਾਂ ਪਰਿਵਾਰਾਂ ਦੇ ਵਿੱਚ, ਟੁੱਟਣ ਤੱਕ ਚਲੇ ਜਾਂਦੇ ਨੇ। ਉਹਨਾਂ ਦੇ ਜਿਨ੍ਹਾਂ ਬੱਚੀਆਂ ਦੇ ਕੋਲ ਇਹ ਤਿੰਨ ਭੱਬੇ ਨਹੀਂ, ਮਹਾਰਾਜ ਨੇ ਕਿਹਾ ਇਹ ਭੱਬੇ ਜਿਹੜੇ ਨੇ ਨਾ, ਪਹਿਲੇ ਭੱਬੇ ਦਾ ਮਤਲਬ ਹੈ ਭਾਣਾ। ਪ੍ਰਭੂ ਦੇ ਭਾਣੇ ਨੂੰ ਪਹਿਲੇ ਭੱਬੇ ਦਾ ਅੱਖਰ ਹੈ ਭੱਬੇ ਤੋਂ ਭਾਣਾ, ਰਜ਼ਾ, ਹੁਕਮ। ਸਿੱਖ ਇਸਤਰੀ ਦੇ ਲਈ ਤੇ ਆਤਮਿਕ ਜੀਵਨ ਜੀਣ ਵਾਲੀ ਜਿਹੜੀ ਹੈ, ਜੀਵ ਇਸਤਰੀ ਜਿਹਨੂੰ ਕਹਿੰਦੇ ਨੇ ਬਾਣੀ ਵਿੱਚ, ਉਹਦੇ ਲਈ ਦੋਨਾਂ ਵਾਸਤੇ ਹੀ ਪਹਿਲਾ ਅੱਖਰ ਹੀ ਹੁਕਮ ਹੈ, ਰਜ਼ਾ ਹੈ। ਜਿਹੜਾ ਰਜ਼ਾ ਤੋਂ ਬਾਹਰ ਹੋ ਗਿਆ, ਸਮਝ ਲਓ ਉਹ ਆਪਣੇ ਇਸ ਗੁਣ ਨੂੰ ਗਵਾ ਬੈਠਾ। ਪਹਿਲੀ ਹੀ ਗੱਲ ਜਿਹੜੀ ਹੈ, ਹੁਕਮ ਰਜ਼ਾਈ ਸਾਖਤੀ ਦਰਗੇ ਸੱਚ ਕਬੂਲ, ਪ੍ਰਭ ਕਾ ਭਾਣਾ ਸਤ ਕਰ ਸਹੋ, ਰਾਮ ਰਸਾਇਣ ਨਿਤ ਉਠ ਪੀਵੋ, ਹਰ 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 ਰਸਨਾ ਕਹੋ। ਪ੍ਰਭੂ ਦਾ ਭਾਣਾ। ਕਹਿਣ ਲੱਗੇ ਬੇਟੀ ਪਹਿਲਾ ਹੈ ਭਾਣਾ, ਭਾਣੇ ਦੇ ਵਿੱਚ ਰਹਿਣਾ, ਆਪਣੇ ਪਤੀ ਦੇ ਨਾਲ ਹਰ ਤਰ੍ਹਾਂ ਦੇ ਸਮੇਂ ਦੇ ਵਿੱਚ, ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਇੱਕਸਾਰ ਰਹਿਣਾ। ਇਹ ਨਹੀਂ ਕਿ ਪਤੀ ਦੇ ਸੁੱਖ ਦੇ ਵਿੱਚ ਤੇ ਸੁਖੀ ਰਵੇ, ਤੇ ਜਦੋਂ ਕੋਈ ਔਕੜ ਆ ਜਾਵੇ, ਕੋਈ ਦੁੱਖ ਆ ਜਾਵੇ, ਤਕਲੀਫ ਆ ਜਾਵੇ, ਕੋਈ ਘਰ ਦੇ ਵਿੱਚ ਕੋਈ ਥੋੜ ਆ ਜਾਵੇ, ਤੇ ਉਦੋਂ ਪਤੀ ਦਾ ਸਾਥ ਛੱਡ ਦਿੱਤਾ। ਹਰ ਸਮੇਂ ਦੇ ਵਿੱਚ ਸੁਹਾਗਣ ਇਸਤਰੀ ਪਤਨੀ ਉਹ ਹੈ ਜਿਹੜੀ ਸਾਰਿਆਂ ਸਮਿਆਂ ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿੰਦੀ ਹੈ। ਤੇ ਮਹਾਰਾਜ ਨੇ ਕਿਹਾ ਇਹ ਇੱਕ ਪਹਿਲਾ ਗੁਣ ਹੈ, ਭਲਾ। ਦੂਸਰਾ ਸ਼ਬਦ, ਪਹਿਲਾ ਭਾਣਾ, ਦੂਸਰਾ ਭਲਾ। ਕਹਿਣ ਲੱਗੇ ਪ੍ਰਭੂ ਦੇ ਭਾਣੇ ਨੂੰ ਮੰਨਣਾ ਹੀ ਨਹੀਂ, ਐਵੇਂ ਨਹੀਂ, ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ। ਭਲਾ ਕਰਕੇ, ਚੰਗਾ ਕਰਕੇ ਮੰਨਣਾ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚਕਾਈਏ। ਆਪਣੀਆਂ ਚਲਾਕੀਆਂ ਚਤਰਾਈਆਂ ਛੱਡ ਦੇਣੀਆਂ। ਜੋ ਕਿਛ ਕਹੇ ਸੋ ਭਲਾ ਕਰ ਮਾਨੀਏ, ਜੋ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮੰਨਣਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤੇ ਹੇ ਵਾਹਿਗੁਰੂ ਇੱਕ ਵਾਰ ਵੀ ਤੇਰੇ ਤੋਂ ਬਲਹਾਰ ਸਦਕੇ ਨਹੀਂ ਜਾ ਸਕਦਾ। ਸਾਰਾ ਜੀਵਨ ਭਾਵੇਂ ਸਦਕੇ ਜਾਂਦਿਆਂ ਲੰਘ ਜਾਵੇ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਭਲਾ ਹੈ ਮੇਰੇ ਵਾਸਤੇ, ਸਿੱਖ ਦੇ ਵਾਸਤੇ, ਜੀਵ ਇਸਤਰੀ ਦੇ ਵਾਸਤੇ। ਜੋ ਕਿਛ ਕਹੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚਕਾਈਏ। ਜਾਂ ਕੇ ਪ੍ਰੇਮ ਪਦਾਰਥ ਪਾਈਏ, ਤਉ ਚਰਨੀ ਚਿਤ ਲਾਈਏ। ਸ਼ਹੋ ਕਹੇ ਸੋ ਕੀਜੇ। ਜੋ ਸ਼ਹੋ ਕਹਿੰਦਾ ਹੈ, ਪਤੀ ਕਹਿੰਦਾ ਹੈ, ਉਹ ਕਰਨਾ। ਸ਼ਹੋ ਕਹੇ ਸੋ ਕੀਜੇ, ਐਸਾ ਪਰਮਲ ਲਾਈਏ। ਏਵ ਕਹੇ ਸੁਹਾਗਣੀ ਭੈਣੇ, ਇੰਨੀ ਬਾਤੀ ਸ਼ੋਹ ਪਾਈਏ। ਕਹਿੰਦੇ ਇਹਨਾਂ ਬਾਤਾਂ ਦੇ ਨਾਲ, ਸ਼ੌ ਦੀ ਆਗਿਆ, ਭਲਾ ਕਰਕੇ, ਮਿੱਠਾ ਕਰਕੇ ਮੰਨਣ ਦੇ ਨਾਲ ਸ਼ੌ ਪ੍ਰਾਪਤ ਹੁੰਦਾ ਹੈ। ਸ਼ੌ ਦਾ, ਪਤੀ ਦਾ ਪਿਆਰ ਪ੍ਰਾਪਤ ਹੁੰਦਾ ਹੈ। ਕਹਿਣ ਲੱਗੇ ਤੀਸਰਾ ਬਚਨ, ਤੀਜਾ ਭੱਬਾ। ਪਹਿਲਾ ਭੱਬਾ ਸੀ ਭਾਣਾ, ਦੂਜੇ ਭੱਬਾ ਭਲਾ, ਤੇ ਤੀਜਾ ਭੱਬਾ ਕਹਿਣ ਲੱਗੇ ਬੇਟੀ ਤੀਜਾ ਭੱਬਾ ਵੀ ਬੜਾ ਧਿਆਨ ਦੇਣ ਵਾਲਾ ਹੈ। ਤੀਜੇ ਭੱਬੇ ਦਾ ਮਤਲਬ ਹੈ ਭੁੱਲੀ। ਅੱਜ ਕੱਲ੍ਹ ਅੰਗਰੇਜ਼ੀ ਬੋਲਦੇ ਨੇ ਬੱਚੇ, ਉਹ ਕਹਿੰਦੇ ਨੇ ਵੀ ਪੰਜਾਬੀ ਜਿਹੜੀ ਹੈ ਇਹ ਅਨਪੜ੍ਹਾਂ ਦੀ ਭਾਸ਼ਾ ਹੈ। ਉਹ ਮੂਰਖੋ, ਜਿਹਦੇ ਵਿੱਚ ਰੱਬੀ ਗਿਆਨ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤਾ ਹੈ, ਇਹ ਦੁਨੀਆ ਦੀ ਸਿੱਖ ਦੇ ਵਾਸਤੇ ਸਰਵੋਤਮ ਭਾਸ਼ਾ ਹੈ। ਇਸ ਨਾਲੋਂ ਵੱਧ ਕੇ ਕੋਈ ਭਾਸ਼ਾ ਨਹੀਂ ਜੇ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ।
ਜਿਹਦੇ ਵਿੱਚ ਸਰਬ ਵਿਆਪਕ ਪਰਮਾਤਮਾ ਦਾ ਗਿਆਨ ਹੈ, ਜਿਹਦੇ ਵਿੱਚ ਮਨੁੱਖੀ ਏਕਤਾ ਦੀ ਗੱਲ ਹੈ, ਜਿਹਦੇ ਵਿੱਚ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹਦੇ ਵਰਗੀ ਦੂਜੀ ਭਾਸ਼ਾ ਕੋਈ ਨਹੀਂ ਜੇ। ਇਹ ਸਰਵੋਤਮ ਹੈ। ਇਹ ਕਦੇ ਨਾ ਸੋਚਿਓ ਮਨ ਦੇ ਵਿੱਚ ਪਹਿਲਾਂ ਪੰਜਾਬੀ ਹੈ, ਉਸ ਤੋਂ ਬਾਅਦ ਬਾਕੀ ਭਾਸ਼ਾਵਾਂ ਜਿੰਨੀਆਂ ਮਰਜ਼ੀ ਪੜ੍ਹੇ, ਕੋਈ ਅੰਗਰੇਜ਼ੀ ਪੜ੍ਹੇ, ਉਰਦੂ ਪੜ੍ਹੇ, ਹਿੰਦੀ ਪੜ੍ਹੇ, ਜਿਹੜੀ ਮਰਜ਼ੀ ਪੜ੍ਹੇ, ਬੜੀਆਂ ਭਾਸ਼ਾਵਾਂ ਨੇ। ਪਰ ਸਿੱਖ ਵਾਸਤੇ, ਗੁਰੂ ਵਾਲੇ ਵਾਸਤੇ ਸਭ ਤੋਂ ਪਹਿਲਾਂ ਪੰਜਾਬੀ ਹੈ, ਗੁਰਮੁਖੀ ਹੈ। ਇਹ ਗੁਰੂ ਦੇ ਮੁਖ ਦੀ ਭਾਸ਼ਾ ਹੈ। ਗੁਰੂ ਨੇ ਸਾਨੂੰ ਇਹਦੇ ਵਿੱਚ ਗਿਆਨ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਧਿਆਨ ਦੇਣ ਦੀ ਜ਼ਰੂਰਤ ਹੈ ਔਰ ਉਹਨਾਂ ਤੋਂ ਸਾਵਧਾਨ ਵੀ ਹੋਣ ਦੀ ਲੋੜ ਹੈ ਜਿਹੜੇ ਇਸ ਪੰਜਾਬੀ ਤੋਂ ਸਾਨੂੰ ਤੋੜਨਾ ਚਾਹੁੰਦੇ ਨੇ, ਜਿਹੜੇ ਸਾਡੇ ਬੱਚਿਆਂ ਨੂੰ ਇਸ ਪੰਜਾਬੀ ਤੋਂ ਦੂਰ ਕਰਨਾ ਚਾਹੁੰਦੇ ਨੇ। ਸਿੱਧਾ ਹੀ ਮਤਲਬ ਹੈ ਕਿ ਉਹ ਸਾਨੂੰ ਗੁਰੂ ਤੋਂ ਦੂਰ ਕਰਨਾ ਚਾਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਉਹ ਦੂਰ ਕਰਨਾ ਚਾਹੁੰਦੇ ਨੇ, ਜਿਹੜੇ ਪੰਜਾਬੀ ਤੋਂ ਸਾਨੂੰ ਦੂਰ ਕਰਨਾ ਚਾਹੁੰਦੇ ਨੇ। ਜਿਨ੍ਹਾਂ ਸਕੂਲਾਂ ਦੇ ਵਿੱਚ ਪੰਜਾਬ ਵਿੱਚ ਜਾਂ ਕਿਤੇ ਵੀ ਅਸੀਂ ਦੇਖੀਏ ਨਾ, ਫਾਈਨ ਲਗਾਏ ਹੋਏ ਨੇ। ਲਾਨਤ ਹੈ, ਤੁਸੀਂ ਗੁਰੂ ਦੀ ਧਰਤੀ 'ਤੇ ਰਹਿ ਕਰਕੇ ਤੁਸੀਂ ਗੁਰੂ ਦਾ ਦਿੱਤਾ ਖਾਣ ਵਾਲੇ, ਅਤੇ ਇੱਦਾਂ ਦੇ ਕਰਮ ਤੁਹਾਨੂੰ ਚੰਗੇ ਲੱਗਦੇ ਨੇ, ਸ਼ੋਭਦੇ ਨੇ ਤੁਹਾਨੂੰ? ਇਹ ਗੱਲਾਂ ਚੰਗੀਆਂ ਲੱਗਦੀਆਂ ਨੇ? ਕੋਈ ਕਿਸੇ ਭਾਸ਼ਾ ਦੇ ਨਾਲ, ਕੋਈ ਗੁਰੂ ਕਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੈਰ ਨਹੀਂ ਹੈ। ਪਰ ਵਾਹਿਗੁਰੂ ਨੇ ਤਾਂ ਸਾਨੂੰ ਗਿਆਨ ਹੀ ਇਹ ਦਿੱਤਾ ਹੈ ਕਿ ਸਾਰੇ ਮਨੁੱਖ ਜਿਹੜੇ ਨੇ ਉਸ ਦੇ ਪੈਦਾ ਕੀਤੇ ਹੋਏ, ਉਹਦੇ ਰਚੇ ਹੋਏ ਨੇ। ਏਕ ਪਿਤਾ ਏਕ ਸਕੇ ਹਮ ਬਾਰਿਕ। ਪਰ ਜਿਹਦੇ ਰਾਹੀਂ ਇਹ ਗਿਆਨ ਦਿੱਤਾ ਹੈ, ਅਸੀਂ ਉਸ ਨੂੰ ਹੀ ਪਿੱਛੇ ਕਰ ਦਈਏ। ਉਹ ਤੇ ਪੂਜਣ ਯੋਗ ਹੋ ਗਈ ਨਾ, ਜਿਹਦੇ ਰਾਹੀਂ ਇੰਨਾ ਸੁੰਦਰ ਤੇ ਇੰਨਾ ਵੱਡਾ ਗਿਆਨ ਬਖਸ਼ਿਸ਼ ਕੀਤਾ, ਭਾਈਚਾਰੇ ਦਾ, ਅਮਨ ਦਾ, ਸ਼ਾਂਤੀ ਦਾ, ਮਨੁੱਖੀ ਭਾਈਚਾਰੇ ਦੀ ਗੱਲ ਜਿੱਥੋਂ ਹੋਈ, ਮਾਨਵੀ ਅਧਿਕਾਰਾਂ ਦੀ ਜਿਸ ਸ਼ਬਦਾਂ ਦੇ ਵਿੱਚ, ਜਿਸ ਭਾਸ਼ਾ ਦੇ ਵਿੱਚ ਗੱਲ ਹੋਈ, ਉਹ ਉੱਤਮ ਹੈ, ਉਹ ਪੂਜਣੀਏ ਹੈ। ਪਰ ਸਾਜ਼ਿਸ਼ੀ ਲੋਕ ਜਿਹੜੇ ਨੇ, ਸ਼ਰਾਰਤੀ ਲੋਕ ਜਿਹੜੇ ਨੇ, ਉਹ ਇੱਦਾਂ ਦੀਆਂ ਕਹਾਣੀਆਂ ਪਾਉਂਦੇ ਨੇ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ ਦੂਰ ਕਰਨ ਵਾਸਤੇ। ਮੈਂ ਇਸ ਕਰਕੇ ਬੇਨਤੀ ਕਰਦਾ ਕਿ ਇਹਨੂੰ ਕੋਈ ਐਵੇਂ ਨਾ ਸਮਝਿਓ। ਸਤਿਗੁਰਾਂ ਨੇ ਸਾਨੂੰ ਇਹ ਗਿਆਨ ਇਹਦੇ ਰਾਹੀਂ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਜਦੋਂ ਅਸੀਂ ਇਹ ਗੱਲ ਸਮਝ ਲਵਾਂਗੇ, ਜੋ ਕਿਛ ਕਹੈ ਸੋ ਭਲਾ ਕਰ ਮਾਨੀਏ ਵਾਲੀ ਗੱਲ। ਤੀਸਰਾ ਭੱਬਾ ਜਿਹੜਾ ਸੀ, ਭੁੱਲੀ ਸ਼ਬਦ, ਮੈਂ ਬੇਨਤੀ ਕਰ ਰਿਹਾ ਸੀ ਕਿ ਬੱਚੇ ਭੁੱਲੀ ਅੱਜ ਕੱਲ੍ਹ ਬਹੁਤ ਘੱਟ ਕਹਿੰਦੇ ਨੇ, ਸੌਰੀ ਜ਼ਿਆਦਾ ਕਹਿੰਦੇ ਨੇ। ਭੁੱਲੀ ਪੰਜਾਬੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਭੁੱਲ ਨੂੰ ਸੌਰੀ ਕਹਿੰਦੇ ਨੇ, ਖਿਮਾ ਨੂੰ। ਝਟਪਟ ਕਹਿ ਦਿੰਦੇ ਨੇ ਸੌਰੀ ਜੀ। ਅਸੀਂ ਵੀ ਕਹਿੰਦੇ ਹਾਂ ਵੀ ਬੇਟਾ ਸੌਰੀ ਕਹੋ, ਕੋਈ ਗੱਲ, ਕੋਈ ਗਲਤੀ ਹੋਵੇ ਕਿਸੇ ਤਰ੍ਹਾਂ ਦੀ, ਸੌਰੀ ਕਹੋ। ਅਸੀਂ ਭੁੱਲੀ ਸ਼ਬਦ ਜਿਹੜਾ ਭੁੱਲ ਗਏ ਹਾਂ। ਇਹ ਗੁਰੂ ਨੇ ਸਮਝਾਇਆ ਆਪਣੀ ਧੀ ਨੂੰ, ਆਪਣੀ ਬੇਟੀ ਨੂੰ ਕਿ ਬੱਚੀਏ, ਜ਼ਿੰਦਗੀ ਦੇ ਵਿੱਚ ਪਤੀ ਦੇ ਨਾਲ ਰਹਿੰਦਿਆਂ ਜੇ ਕਿਤੇ ਕੋਈ ਵੀ ਅਵੱਗਿਆ ਹੋ ਜਾਵੇ, ਅਸੀਂ ਭੁੱਲਣਹਾਰ ਜੀਵ ਹਾਂ। ਜ਼ਿੰਦਗੀ ਦਾ ਸਾਰ ਹੈ ਇਹ। ਇਹਨਾਂ ਦੋ ਅੱਖਰਾਂ ਦੇ ਵਿੱਚ ਬੜਾ ਵੱਡਾ ਸਤਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਭੁੱਲੀ ਸ਼ਬਦ ਦੇ ਰਾਹੀਂ ਸਭ ਕੁਛ ਮਾਫ ਹੋ ਜਾਂਦਾ ਹੈ ਜਦੋਂ ਆਹ ਦੋ ਅੱਖਰ ਹਿਰਦੇ ਚੋਂ ਨਿਕਲ ਜਾਣ। ਜੇ ਭੁੱਲੀ ਜੇ ਚੁੱਕੀ ਸਾਈਂ, ਭੀਤ ਹਿੰਜੀ ਕਾਂਡੀਆਂ, ਜਿਨ੍ਹਾਂ ਨੇਹ ਦੁਜਾਣੇ ਲੱਗਾ, ਝੂਰ ਮਰੋਂ ਸੇ ਵਾਢੀਆਂ, ਹਉ ਨਾ ਛੋਡੂ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਮੈਂ ਕਿਉਂ ਛੱਡਾਂ ਆਪਣੇ ਲਾਲ ਰੰਗੀਲੇ ਨੂੰ, ਆਪਣੇ ਪਿਆਰੇ ਨੂੰ, ਆਪਣੇ ਵਾਹਿਗੁਰੂ ਨੂੰ ਕਿਉਂ ਛੱਡਾਂ? ਮੈਂ ਕਿਸੇ ਕੀਮਤ 'ਤੇ ਵੀ ਨਹੀਂ ਛੱਡ ਸਕਦੀ। ਹੇ ਵਾਹਿਗੁਰੂ, ਜੇ ਮੇਰੇ ਕੋਲ ਕੋਈ ਭੁੱਲ ਹੋ ਗਈ, ਕੋਈ ਚੁੱਕ ਹੋ ਗਈ ਜ਼ਿੰਦਗੀ ਵਿੱਚ, ਫਿਰ ਵੀ ਮੈਂ ਤੇਰੀ ਹੀ ਹਾਂ। ਜੇ ਭੁੱਲੀ ਜੇ ਚੁੱਕੀ ਸਾਈਂ, ਭੀਤ ਹਿੰਜੀ, ਭੀਤ ਹਿੰਜੀ, ਫਿਰ ਵੀ ਮੈਂ ਤੇਰੀ ਹਾਂ। ਭੀ ਦਾ ਮਤਲਬ ਫਿਰ ਵੀ, ਤੇ ਹਿੰਜੀ ਦਾ ਮਤਲਬ ਤੇਰੀ। ਭੀਤ ਹਿੰਜੀ ਕਾਂਡੀਆਂ, ਫਿਰ ਵੀ ਮੈਨੂੰ ਤੇਰੀ ਹੀ ਕਹਿਣਾ ਹੈ, ਕਿਉਂਕਿ ਮੈਂ ਤੇਰੀ ਹਾਂ। ਪਰ ਜਿਨ੍ਹਾਂ ਦਾ ਨੇਹ ਤੈਨੂੰ ਛੱਡ ਕੇ ਦੂਜਿਆਂ ਦੇ ਨਾਲ ਲੱਗ ਗਿਆ, ਜਿਨ੍ਹਾਂ ਨੇਹ ਦੁਜਾਣੇ ਲੱਗਾ, ਝੂਰ ਮਰੋ ਸੇ ਵਾਂਢੀਆਂ, ਉਹ ਝੂਰ ਝੂਰ ਕੇ ਮਰਦੀਆਂ ਨੇ। ਜਿਹੜੇ ਪਤੀ ਨੂੰ ਛੱਡ ਕੇ, ਜਿਨ੍ਹਾਂ ਦਾ ਨੇਹ ਹੋਰ ਪਾਸੇ ਲੱਗ ਜਾਂਦਾ ਹੈ,
ਤੇ ਜਿਨ੍ਹਾਂ ਦਾ ਪਤੀ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ ਉਹ ਸੁਹਾਗ ਵਾਲੀਆਂ ਨੇ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਬੇਟਾ ਇਹ ਸ਼ਬਦ ਜਿਹੜਾ ਹੈ ਭੁੱਲੀ ਸ਼ਬਦ ਕਦੇ ਨਾ ਭੁੱਲਣਾ, ਇਹਨੂੰ ਯਾਦ ਰੱਖਣਾ ਹਰ ਵੇਲੇ। ਸਾਡੇ ਸਮਾਜਿਕ ਜੀਵਨ ਦੇ ਵਿੱਚ ਇਹ ਸ਼ਬਦ ਬੜਾ ਮਹੱਤਵਪੂਰਨ ਹੈ, ਕਿਤੇ ਵੀ ਇਸ ਨੂੰ ਵਰਤ ਲਿਓ। ਵੱਡੇ ਤੋਂ ਵੱਡਾ ਕਲੇਸ਼ ਜਿਹੜਾ ਹੈ ਇਹਨਾਂ ਦੋ ਸ਼ਬਦਾਂ ਦੇ ਨਾਲ ਮੁੱਕ ਜਾਵੇਗਾ। ਹਉਮੈ ਅਹੰਕਾਰ ਨੂੰ ਪਾਣੀ ਜਿੱਦਾਂ ਫੇਰ ਦਈਏ ਨਾ, ਮਿੱਟੀ ਘੱਟਾ ਹੋਵੇ ਤੇ ਪਾਣੀ ਦੀ ਬਾਲਟੀ ਸੁੱਟ ਦਈਏ ਤੇ ਧੁੱਪ ਜਾਂਦਾ ਹੈ। ਇਹ ਸ਼ਬਦ ਇੱਦਾਂ ਦਾ ਹੈ ਕਿ ਵੱਡੇ ਤੋਂ ਵੱਡਾ ਗੁਨਾਹ ਵੀ ਹੋਵੇ, ਵੱਡੀ ਤੋਂ ਵੱਡੀ ਭੁੱਲ ਵੀ ਹੋਵੇ, ਉਹ ਵੀ ਧੁੱਪ ਜਾਂਦੀ ਹੈ ਜਦੋਂ ਅਸੀਂ ਹੱਥ ਜੋੜ ਕੇ ਕਹਿ ਦਿੰਦੇ ਹਾਂ ਜੀ ਸੌਰੀ, ਮਾਫ ਕਰ ਦਿਓ, ਖਿਮਾ ਕਰ ਦਿਓ, ਕੋਈ ਗੱਲ ਹੋ ਗਈ, ਸਮਾਜਿਕ ਜੀਵਨ ਦੇ ਵਿੱਚ ਵੀ ਕੋਈ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ। ਰੱਬ ਦੇ ਅੱਗੇ, ਪਰਮੇਸ਼ਰ ਦੇ ਅੱਗੇ ਤੇ ਅਸੀਂ ਹਰ ਵੇਲੇ ਇਹੀ ਕਹਿਣਾ ਹੈ ਕਿ ਅਸੀਂ ਭੁੱਲਣਹਾਰ ਹਾਂ, ਅਸੀਂ ਔਗਣਹਾਰੇ ਹਾਂ। ਇਹ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ, ਜ਼ਿੰਦਗੀ ਦਾ ਸਾਰ ਹੈ ਇਹ ਤਿੰਨ ਪੱਬੇ ਬੇਟਾ, ਸਾਡੇ ਮਨੁੱਖੀ ਜੀਵਨ ਨੂੰ ਸਫਲ ਕਰ ਦੇਣਗੇ ਜੇ ਅਸੀਂ ਜ਼ਿੰਦਗੀ ਦੇ ਵਿੱਚ ਬਸ ਆਹ ਤਿੰਨ ਜਿਹੜੇ ਸ਼ਬਦ ਜਿਹੜੇ ਨੇ, ਇਹ ਤਿੰਨ ਪੱਬੇ ਜਿਹੜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਸਾ ਲਈਏ। ਸੁਹਾਗ ਭਾਗ ਵਾਲੀਆਂ ਬਣ ਜਾਵਾਂਗੀਆਂ ਅਸੀਂ ਜੀਵ ਇਸਤਰੀਆਂ। ਤੇ ਮਹਾਰਾਜ ਕਹਿਣ ਲੱਗੇ ਉਹੀ ਸ਼ੋਭਾ ਦਿੰਦੀਆਂ ਨੇ ਜਿਹੜੀਆਂ ਆਪਣੇ ਪਤੀ ਦੇ ਨਾਲ ਰਹਿੰਦੀਆਂ ਨੇ। ਸਹੀਆਂ ਸੇ ਸੁਹਾਗਣੀ ਜਿਨ ਸ਼ੈ ਨਾਲ ਪਿਆਰ, ਉਹੀ ਸੁਹਾਗਣ ਨੇ ਜਿਨ੍ਹਾਂ ਦਾ ਸ਼ੈ ਨਾਲ ਪਿਆਰ ਹੈ ਤੇ ਜਿਨ੍ਹਾਂ ਦਾ ਉਸ ਨੂੰ ਛੱਡ ਕੇ ਹੋਰ ਦੇ ਨਾਲ, ਮਾਇਆ ਦੇ ਨਾਲ ਪਿਆਰ ਹੈ। ਕੋਈ ਕਿਸੇ ਨੂੰ ਧਿਆਉਂਦਾ ਹੈ, ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਮੰਨਦਾ ਹੈ। ਨਹੀਂ, ਪਰਮੇਸ਼ਰ ਦੀਆਂ ਹਾਂ, ਪਰਮੇਸ਼ਰ ਨੂੰ ਮੰਨਣਾ ਹੈ। ਅਸੀਂ ਰੱਬ ਦੀਆਂ ਜੀਵ ਇਸਤਰੀਆਂ ਹਾਂ, ਰੱਬ ਨੂੰ ਮੰਨੀਏ, ਬੰਦਿਆਂ ਕੋ ਬੰਦਿਆਂ ਨੂੰ ਨਹੀਂ। ਥਾਂ ਥਾਂ 'ਤੇ ਨਾ ਭਟਕੀਏ, ਥਾਂ ਥਾਂ 'ਤੇ ਨਾ ਫਿਰੀਏ, ਉੱਥੇ ਨਹੀਂ ਕਦੇ ਵੀ ਸੁੱਖ ਮਿਲ ਸਕਦਾ। ਆਪਣੇ ਪਤੀ ਨੂੰ ਛੱਡ ਕੇ ਇਸਤਰੀ ਕਿਸੇ ਹੋਰ ਪੁਰਖ ਦੇ ਕੋਲ ਸੁੱਖ ਭਾਲੇ ਤੇ ਨਹੀਂ ਮਿਲ ਸਕਦਾ ਪਿਆਰਿਓ। ਪਤੀ ਬ੍ਰਤਾ ਧਰਮ ਜਿਹੜਾ ਹੈ ਇਹ ਕਹਿੰਦਾ ਹੈ। ਮਹਾਰਾਜ ਕਹਿੰਦੇ ਨੇ, ਮੱਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਜਿਨ੍ਹਾਂ ਨੂੰ ਸਾਹਿਬ ਨੇ, ਮਾਲਕ ਪਤੀ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਮਿਲੜੀਆਂ ਦਾ ਮਤਲਬ ਹੈ ਮਿਲਾ ਲਿਆ ਜਿਨ੍ਹਾਂ ਨੂੰ, ਫਿਰ ਉਹਨਾਂ ਦੀ ਸ਼ੋਭਾ ਕਿਆ ਗਣੀ, ਉਹਨਾਂ ਦੀ ਵਡਿਆਈ ਦੱਸੀ ਨਹੀਂ ਜਾ ਸਕਦੀ। ਉਹ ਬੇਅੰਤ ਸ਼ੋਭਾ ਵਾਲੀਆਂ, ਇੱਜ਼ਤ ਵਾਲੀਆਂ ਬਣ ਜਾਂਦੀਆਂ ਨੇ। ਸ਼ੋਭਾਵੰਤੀ ਨਾਰ ਕਹਿੰਦੇ ਨੇ। ਸਹੀਆਂ ਸੇ ਸੁਹਾਗਣੀ, ਸੁਹਾਗ ਭਾਗ ਵਾਲੀਆਂ, ਸ਼ੋਭਾਵੰਤੀ ਆਖੀਆਂ ਜਾਂਦੀਆਂ ਨੇ। ਆਪਣੇ ਪਤੀ ਨਾਲ ਰਹਿਣ ਵਾਲੀਆਂ ਜਿਹੜੀਆਂ ਨੇ, ਆਪਣੇ ਪਤੀ ਦੀ ਰਜ਼ਾ ਦੇ ਵਿੱਚ ਚੱਲਣ ਵਾਲੀਆਂ, ਆਪਣਾ ਜੀਵਨ ਸੰਜਮ ਦੇ ਵਿੱਚ ਜੀਣ ਵਾਲੀਆਂ ਜਿਹੜੀਆਂ ਨੇ, ਪਤੀ ਦੀ ਜੁਗਤ ਦੇ ਵਿੱਚ ਰਹਿ ਕਰਕੇ ਬਤੀਤ ਕਰਨ ਵਾਲੀਆਂ, ਭਾਣੇ 'ਚ ਰਹਿ ਕਰਕੇ ਜੀਵਨ ਬਸਰ ਕਰਨ ਵਾਲੀਆਂ ਸ਼ੋਭਾ ਦਿੰਦੀਆਂ ਨੇ, ਵਡਿਆਈ ਪਾਉਂਦੀਆਂ ਨੇ ਸੰਸਾਰ ਦੇ ਵਿੱਚ, ਲੋਕ ਪਰਲੋਕ ਦੀ ਵਡਿਆਈ ਮਿਲਦੀ ਹੈ। ਇਹ ਸਾਹਿਬ ਕਹਿੰਦੇ ਨੇ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਉਹਨਾਂ ਦਾ ਤਨ ਮਨ ਵਾਹਿਗੁਰੂ ਦੇ ਨਾਲ ਖਿੜਿਆ ਰਹਿੰਦਾ ਹੈ। ਸੰਗ ਸਾਧ ਸਹੇਲੜੀਆਂ, ਜਿਹੜੀਆਂ ਗੁਰਮੁਖ ਜਨਾਂ ਦੀ ਸੰਗਤ ਕਰਦੀਆਂ ਨੇ। ਗੁਰਮੁਖ ਜਨ ਸਹੇਲੀਆਂ, ਰੱਬ ਦੇ ਪਿਆਰੇ ਜਿਹੜੇ ਨੇ, ਇੱਦਾਂ ਦੇ ਜੀਵਨ ਵਾਲੇ, ਆਤਮਿਕ ਜੀਵਨ ਵਾਲੇ, ਰੱਬੀ ਨਾਮ ਸੇਵਾ ਸਿਮਰਨ ਵਾਲੇ ਜਿਹੜੇ ਨੇ ਸਤਸੰਗੀ, ਉਹ ਸਹੇਲੀਆਂ ਨੇ। ਤੇ ਕਹਿੰਦੇ ਨੇ ਉਹਨਾਂ ਸਹੇਲੀਆਂ ਦੀ ਸੰਗਤ ਦੇ ਵਿੱਚ ਨਾਮ ਜਪ ਜਪ ਕੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕਰਕੇ ਉਹਨਾਂ ਦਾ ਤਨ ਤੇ ਮਨ ਖਿੜਿਆ ਰਹਿੰਦਾ ਹੈ, ਖੇੜੇ ਵਿੱਚ ਰਹਿੰਦਾ ਹੈ। ਇਹਨੂੰ ਲਾਲ ਰੰਗ ਕਿਹਾ ਹੈ, ਖੇੜੇ ਦੇ ਰੰਗ ਨੂੰ ਬਾਣੀ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ, ਹੇ ਸਖੀ ਬੜਾ ਸੋਹਣਾ ਰੰਗ ਚੜਿਆ ਹੈ। ਜਿਹਦਾ ਬੀਬੀਆਂ ਕਹਿੰਦੀਆਂ ਨਾ, ਇੱਕ ਦੂਸਰੇ ਵੱਲ ਦੇਖ ਕੇ ਦੁਨਿਆਵੀ ਹਾਰ ਸ਼ਿੰਗਾਰ ਕੀਤੇ ਹੋਣ, ਬੜੇ ਸੋਹਣੇ ਕੱਪੜੇ ਪਾਏ ਨੇ, ਬੜਾ ਰੂਪ ਰੰਗ ਚੜਿਆ ਹੈ ਤੇਰੇ ਤੇ, ਜਾਂ ਹੋਰ ਗਹਿਣੇ ਗੱਟੇ ਪਾਏ ਹੋਣ ਤੇ ਉਹਨਾਂ ਦੀ ਵਡਿਆਈ ਕਰਦੀਆਂ ਨੇ। ਆਤਮਿਕ ਜੀਵਨ ਵਿੱਚ ਮਹਾਰਾਜ ਕਹਿੰਦੇ ਨੇ, ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਇਹ ਲਾਲੀ ਜਿਹੜੀ, ਇਹ ਖੇੜਾ ਜਿਹੜਾ ਹੈ,
ਜੀਵਨ ਦੇ ਵਿੱਚ ਕਿੱਥੋਂ ਆਇਆ। ਮੈਂ ਮੂੰਹ ਦੀ ਗੱਲ ਨਹੀਂ ਕਰ ਰਿਹਾ। ਦੁਨਿਆਵੀ ਹਾਰ ਸ਼ਿੰਗਾਰ ਵਾਲੇ ਮੂੰਹ ਦੀਆਂ ਗੱਲਾਂ ਕਰਦੇ ਨੇ, ਤਨ ਦੀਆਂ ਗੱਲਾਂ ਕਰਦੇ ਨੇ। ਮਹਾਰਾਜ ਆਤਮਿਕ ਜੀਵਨ ਦੇ ਖੇੜੇ ਦੀਆਂ ਗੱਲਾਂ ਕਰਦੇ ਨੇ। ਕਵਨ ਬਨੀਰੀ ਤੇਰੀ ਲਾਲੀ, ਤੇਰੇ ਜੀਵਨ ਦੇ ਵਿੱਚ ਲਾਲੀ ਆਈ ਹੈ, ਖੇੜਾ ਆਇਆ ਹੈ। ਹੇ ਸਖੀ, ਇਹ ਕਿੱਦਾਂ ਆ ਗਿਆ? ਕਵਨ ਰੰਗ ਤੂੰ ਭਈ ਗੁਲਾਲੀ, ਕਿਹੜਾ ਰੰਗ ਚੜਿਆ? ਕਿਸ ਦੇ ਕਰਕੇ ਇਹ ਗੁਲਾਲ ਜਿਹੜਾ ਹੈ ਜੀਵਨ ਦੇ ਵਿੱਚ ਹੈ, ਇਹ ਖੇੜਾ ਕਿਵੇਂ ਹੈ? ਤੇ ਮਹਾਰਾਜ ਕਹਿੰਦੇ ਨੇ, ਤੂੰ ਸਤਵੰਤੀ, ਤੂੰ ਪ੍ਰਧਾਨ, ਤੂੰ ਪੀਤਮ ਭਾਨੀ, ਤੂੰ ਸੁਰ ਗਿਆਨ। ਇਹ ਕਿੰਨੇ ਸ਼ਬਦ ਉਸ ਭਾਗਾਂ ਵਾਲੀ ਜੀਵ ਇਸਤਰੀ ਵਾਸਤੇ ਸਤਿਗੁਰਾਂ ਨੇ ਵਰਤੇ, ਜਿਹਦਾ ਜੀਵਨ ਉੱਚਾ ਸੁੱਚਾ ਪਵਿੱਤਰ ਹੈ, ਸੰਜਮ ਵਾਲਾ ਹੈ। ਕਹਿੰਦੇ ਨੇ ਆਪੇ ਹੀ ਉਹ ਸਵਾਰਨ ਵਾਲਾ ਹੈ। ਮਹਾਰਾਜ ਕਹਿੰਦੇ ਨੇ, ਉਹ ਸਖੀ ਕਹਿੰਦੀ ਹੈ, ਉਹ ਸੁਹਾਗ ਭਾਗ ਵਾਲੀ ਕਹਿੰਦੇ ਨੇ ਕਿ ਸੁਣ ਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ। ਉਹ ਆਪੇ ਸਵਾਰਨ ਵਾਲਾ, ਸ਼ਿੰਗਾਰਨ ਵਾਲਾ ਹੈ। ਇਹ ਮੇਰੀ ਕੋਈ ਘਲਣਾ ਨਹੀਂ ਹੈ, ਇਹ ਉਹਦੀ ਕਿਰਪਾ ਹੈ, ਉਹਨੇ ਚੜਾਇਆ ਹੈ। ਕਹੋ ਨਾਨਕ, ਜਿਹਦੇ ਉੱਪਰ ਸ਼ੁਭ ਦ੍ਰਿਸ਼ਟ ਨਿਹਾਲ, ਜਿਹਦੇ ਉੱਪਰ ਪ੍ਰਭੂ ਵਾਹਿਗੁਰੂ ਉਹ ਪਤੀ ਪਰਮਾਤਮਾ ਸ਼ੁਭ ਦ੍ਰਿਸ਼ਟੀ ਪਾ ਦਿੰਦਾ ਹੈ, ਉਹਦਾ ਜੀਵਨ ਬਣ ਜਾਂਦਾ ਹੈ ਇੱਦਾਂ ਦਾ। ਸਤ ਸੰਗਤ ਦੇ ਵਿੱਚੋਂ ਰੰਗ ਚੜ੍ਹਦਾ ਹੈ। ਤਿੰਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ, ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਉਦਾਹਰਨਾਂ ਨੇ। ਜੇ ਇਸਤਰੀਆਂ ਦੀ ਗੱਲ ਕਰੀਏ ਤਾਂ ਮਾਤਾ ਖੀਵੀ ਨੇਕ ਜਨ, ਜਿਸ ਬਹੁਤੀ ਸ਼ਾਓ ਪਤਰਾਲੀ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਲ ਕੇ ਆਲੀ। ਪਤੀ ਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਐਸਾ ਰੰਗ ਚੜ੍ਹਿਆ, ਬਾਣੀ ਦੇ ਵਿੱਚ ਨਾਮ ਹੈ। ਮਾਤਾ ਭਾਨੀ ਜੀ, ਮਾਤਾ ਗੰਗਾ ਜੀ ਪੂਜਨੀਕ ਰੂਹਾਂ ਨੇ। ਮਾਤਾ ਗੁਜਰੀ ਵਰਗੀ ਮਾਂ ਦੁਨੀਆ ਦੇ ਅੰਦਰ ਜੇ ਇਸਤਰੀ ਦੀ ਉਦਾਹਰਣ ਦਈਏ ਤੇ ਉਹਦੇ ਵਰਗੇ ਠਰਮੇ ਵਾਲੀ, ਉਹਦੇ ਵਰਗੇ ਸਬਰ, ਉਹਦੇ ਵਰਗਾ ਸੰਤੋਖ ਕਿਸੇ ਕੋਲ ਨਹੀਂ ਹੈ। ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਜਦੋਂ ਦਿੱਲੀ ਦੇ ਵਿੱਚ ਸਤਿਗੁਰੂ ਜਾਣ ਲੱਗੇ ਨਾ ਮਾਤਾਵਾਂ ਨੂੰ ਛੱਡ ਕੇ ਅੱਗੇ, ਬਾਦਸ਼ਾਹ ਨੇ ਆਖਿਆ ਕਿ ਹੁਣ ਅਸੀਂ ਅੱਗੇ ਜਾਣਾ ਹੈ, ਤੁਸੀਂ ਵੀ ਕਿਰਪਾ ਕਰੋ ਸਾਡੇ ਨਾਲ। ਇਹ ਕਲਗੀਧਰ ਪਾਤਸ਼ਾਹ ਜੀ ਨੇ ਮਾਤਾਵਾਂ ਨੂੰ ਕਿਹਾ ਕਿ ਅੱਗੇ ਰਸਤਾ ਪਤਾ ਨਹੀਂ ਕਿਵੇਂ ਦਾ ਹੈ, ਉੱਚਾ ਨੀਵਾਂ ਕਿਸ ਤਰ੍ਹਾਂ ਦਾ ਹੈ, ਰਸਤੇ ਦਾ ਖੇਦ ਹੋਵੇਗਾ, ਤੁਸੀਂ ਇੱਥੇ ਹੀ ਰਹੋ। ਮਾਤਾ ਸੁੰਦਰੀ ਜੀ ਰਹੇ। ਮਾਤਾ ਸਾਹਿਬ ਕੌਰ ਜੀ, ਬਚਪਨ ਤੋਂ ਹੀ ਉਹਨਾਂ ਦੇ ਉੱਪਰ ਪਤੀ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰੰਗ ਚੜ੍ਹਿਆ ਸੀ। ਮਨ ਹੀ ਮਨ ਉਹਨਾਂ ਨੇ ਜਨਮ ਤੋਂ ਹੀ ਬਹੁਤ ਛੋਟੀ ਆਯੂ ਦੇ ਵਿੱਚ ਹੀ ਮੰਨ ਲਿਆ ਹੈ। ਆਤਮਿਕ ਰੰਗ ਸਾਰਾ ਜੀਵਨ ਜਿਹੜਾ ਹੈ, ਵੱਡੇ ਵੱਡੇ ਬ੍ਰਹਮਚਾਰੀਆਂ ਦੇ ਤੇ ਹੋਰ ਨਾਮ ਆਉਂਦੇ ਨੇ, ਪਰ ਮਾਤਾ ਸਾਹਿਬ ਕੌਰ ਦੀ ਕੋਈ ਆਚਰਣ ਦੇ ਵਿੱਚ ਬਰਾਬਰੀ ਨਹੀਂ ਕਰ ਸਕਦਾ। ਸਾਰਾ ਜੀਵਨ ਉਹਨਾਂ ਨੇ ਕੁਆਰਾ ਡੋਲਾ ਸ਼ਬਦ ਵਰਤਿਆ ਹੈ ਉਹਨਾਂ ਵਾਸਤੇ। ਆਚਰਣ ਦੀ ਮੂਰਤ ਸਨ, ਕਰੈਕਟਰ ਦੀ ਮੂਰਤ ਸਨ ਸਾਡੀਆਂ ਮਾਤਾਵਾਂ ਬੀਬੀਆਂ ਵਾਸਤੇ, ਰੋਲ ਮਾਡਲ ਮਾਤਾ ਸਾਹਿਬ ਕੌਰ। ਉਹਨਾਂ ਨੂੰ ਮਹਾਰਾਜ ਨੇ ਆਖਿਆ ਤੇ ਕਹਿਣ ਲੱਗੇ ਕਿ ਹੇ ਪਤੀ ਦੇਵ ਜੀ, ਮੇਰਾ ਪ੍ਰਣ ਹੈ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਭੋਜਨ ਮੂੰਹ 'ਚ ਨਹੀਂ ਪਾਉਂਦੀ। ਜਿਸ ਦਿਨ ਮਹਾਰਾਜ ਨੂੰ ਕਿਤੇ ਅੱਗਾ ਪਿੱਛਾ ਹੋ ਜਾਂਦਾ ਸੀ ਨਾ, ਤੇ ਕਹਿੰਦੇ ਨੇ ਇਤਿਹਾਸ ਦੱਸਦਾ ਹੈ ਮਾਤਾ ਜੀ ਭੋਜਨ ਨਹੀਂ ਸਨ ਕਰਦੇ। ਪਤੀ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਮੂੰਹ ਦੇ ਵਿੱਚ ਭੋਜਨ ਪਾਉਂਦੇ ਸਨ। ਤੇ ਜਾਣ ਲੱਗਿਆ ਕਹਿਣ ਲੱਗੇ, ਹੁਣ ਤੇ ਜਿਉਣਾ ਮਰਨਾ ਤੁਹਾਡੇ ਨਾਲ ਹੀ ਹੈ। ਉਹਨਾਂ ਦਾ ਜੋਤੀ ਜੋਤ ਪੁਰਬ ਆ ਰਿਹਾ ਹੈ। ਕੱਲ੍ਹ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ, ਸੁਭਾਗੀ ਤਾਜਪੋਸ਼ੀ ਹਜ਼ੂਰ ਸਾਹਿਬ ਵਿਖੇ ਉਸ ਪੁਰਬ ਨੂੰ ਮਨਾਇਆ ਗਿਆ। ਉਸ ਤੋਂ ਪਹਿਲਾਂ ਆਪਣੇ ਸੱਚਖੰਡ ਗਮਨ ਤੋਂ ਪਹਿਲਾਂ ਮਹਾਰਾਜ ਨੇ ਮਾਤਾ ਜੀ ਜੋ ਨਾਲ ਗਏ ਸਨ, ਮਾਤਾ ਜੀ ਨੂੰ ਇੱਧਰ ਦਿੱਲੀ ਨੂੰ ਤੋਰਿਆ। ਉਦੋਂ ਵੀ ਜਾਣ ਲੱਗਿਆ ਆਖਿਆ ਅਸੀਂ ਅਗਲੇ ਦੇਸ਼ ਜਾਣਾ ਹੈ। ਕਹਿਣ ਲੱਗੇ ਇਸ ਦੇਸ਼ ਤੱਕ ਤੁਹਾਡੇ ਨਾਲ ਆਏ ਹਾਂ, ਅਗਲੇ ਦੇਸ਼ ਵੀ ਤੁਹਾਡੇ ਨਾਲ ਹੀ ਜਾਵਾਂਗੇ। ਇਹ ਹੁੰਦੀ ਹੈ ਪਤੀਬ੍ਰਤਾ ਇਸਤਰੀ, ਜਿਹੜਾ ਪਤੀ ਦਾ ਹਰ ਸਮੇਂ ਦੇ ਵਿੱਚ ਸਾਥ ਦੇਵੇ। ਪਾਤਸ਼ਾਹ ਕਹਿੰਦੇ ਨੇ ਉਹਦੇ ਮਨ ਤਨ ਜਿਹੜਾ ਹੈ ਖੇੜਾ ਵਾਲਾ ਬਣਿਆ ਰਹਿੰਦਾ ਹੈ, ਪਰ ਉਸ ਤੋਂ ਵਿਪਰੀਤ ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜੀਆਂ। ਜਿਹੜੀਆਂ ਗੁਰਮੁਖਾਂ ਦੀ ਸੰਗਤ ਤੋਂ ਬਾਹਰ ਰਹਿੰਦੀਆਂ ਨੇ, ਉਹ ਇਕੱਲੇਪਣ ਨੂੰ ਦੇ ਦੁੱਖ ਨੂੰ ਹਟਾਉਂਦੀਆਂ ਨੇ। ਤਿੰਨ ਦੁੱਖ ਨਾ ਕਬਹੂ ਉਤਰੈ,
ਸੇ ਜੰਮ ਕੇ ਵਸ ਪੜੀਆਂ। ਉਹਨਾਂ ਦੇ ਦੁੱਖ ਨਹੀਂ ਜ਼ਿੰਦਗੀ 'ਚੋਂ ਸਮਾਪਤ ਹੁੰਦੇ, ਉਹ ਵਿਸ਼ੇ ਵਿਕਾਰਾਂ ਰੂਪੀ ਜਮਾਂ ਦੇ ਵਸ ਪਈਆਂ ਰਹਿੰਦੀਆਂ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ। ਇਹ ਜਾਮੀ ਨੇ ਜੋ ਇਹ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ, ਕਰੇ ਬੇਨਤੀ ਰਾਖ ਠਾਕੁਰ ਪੈ ਹਮ ਤੇਰੀ ਸ਼ਰਨਿਆ। ਇਹਨਾਂ ਦੂਤਾਂ ਦੇ ਵਸ ਨਹੀਂ ਪੈਂਦੀਆਂ, ਪਰ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਉਹਨਾਂ ਦਾ ਜੀਵਨ ਇਹੋ ਜਿਹਾ ਹੈ, ਦੁੱਖਾਂ ਦੇ ਵਿੱਚ ਹੀ ਲੰਘਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਜਿਨ੍ਹਾਂ ਨੇ ਆਪਣੇ ਮਾਲਕ ਨੂੰ ਸਿਮਰਿਆ ਹੈ, ਰਾਵਿਆ ਹੈ, ਉਹ ਸੁਚੇਤ ਰਹਿੰਦੀਆਂ ਨੇ। ਦਿਸਨ ਨਿਤ, ਦਿਸਦੀਆਂ ਨੇ, ਨਿਤ ਖੜੀਆਂ। ਨਿਤ ਖੜੀਆਂ ਦਾ ਮਤਲਬ ਸਦਾ ਹੀ ਖੜੀਆਂ। ਖੜੀਆਂ ਦਾ ਮਤਲਬ ਹੈ ਸੁਚੇਤ ਰਹਿਣਾ, ਜਾਗਰੂਕ ਰਹਿਣਾ। ਉਹ ਚੇਤਨ ਰਹਿੰਦੀਆਂ ਨੇ, ਸੁਚੇਤ ਰਹਿੰਦੀਆਂ ਨੇ, ਵਿਸ਼ਿਆਂ ਵਿਕਾਰਾਂ ਦੇ ਹੱਲਿਆਂ ਵੱਲੋਂ, ਮਾਇਆ ਦੇ ਹੱਲਿਆਂ ਵੱਲੋਂ ਚੇਤਨ ਰਹਿੰਦੀਆਂ ਨੇ। ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ। ਜਿਵੇਂ ਕਿਸੇ ਇਸਤਰੀ ਦਾ ਦੁਨਿਆਵੀ ਤੌਰ 'ਤੇ ਹਾਰ ਸ਼ਿੰਗਾਰ, ਉਹਦੇ ਗਲ 'ਚ ਪਏ ਹੋਏ ਮਾਲਾ, ਹੀਰੇ ਮੋਤੀਆਂ ਦੇ ਹਾਰ ਜਿਹੜੇ ਨੇ, ਉਹਨੂੰ ਸੋਹਣਾ ਅਸੀਂ ਸਮਾਜ ਦੇ ਵਿੱਚ ਕਹਿੰਦੇ ਹਾਂ ਕਿ ਬਹੁਤ ਸੁੰਦਰ ਲੱਗਦੀ ਗੱਲ, ਹਾਰ ਵਗੈਰਾ ਸ਼ਿੰਗਾਰ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ ਜਿਸ ਦੇ ਗਲੇ ਦੇ ਅੰਦਰ ਰੱਬੀ ਨਾਮ ਦਾ ਰਤਨ ਹੀਰਾ ਮੋਤੀ ਪਾਇਆ ਹੋਇਆ ਹੈ, ਉਹ ਜੀਵ ਇਸਤਰੀ ਸੋਹਣੀ ਲੱਗਦੀ ਹੈ। ਰਤਨ ਜਵੇ ਹਰ ਲਾਰ ਹਲ ਕੰਠ ਤਿੰਨਾ ਜੜੀਆਂ। ਉਹਨਾਂ ਦੇ ਕੰਠ ਵਿੱਚ ਜੜੇ ਸ਼ੋਭਾ ਦਿੰਦੇ ਨੇ। ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆਂ। ਪਾਤਸ਼ਾਹ ਕਹਿੰਦੇ ਨੇ ਦਾਸ ਨਾਨਕ ਇਹੋ ਜਿਹੀਆਂ ਜਿਹੜੀਆਂ ਪ੍ਰਭੂ ਦੀ ਸ਼ਰਨ ਪਈਆਂ ਰਹਿੰਦੀਆਂ ਨੇ, ਪ੍ਰਭੂ ਪਤੀ ਦੀਆਂ ਬਣ ਕੇ ਰਹਿੰਦੀਆਂ ਨੇ। ਨਾਨਕ ਬਾਂਛੇ ਧੂੜ ਤਿੰਨ, ਮੈਂ ਉਹਨਾਂ ਦੀ ਚਰਨ ਧੂੜ ਬਾਂਛਦਾ ਹਾਂ, ਮੰਗਦਾ ਹਾਂ ਕਿ ਉਹਨਾਂ ਦੀ ਚਰਨ ਧੂੜ ਮੈਨੂੰ ਦੇ। ਮੱਘਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ। ਮੱਘਰ ਦੇ ਮਹੀਨੇ ਦੀ ਪਾਤਸ਼ਾਹ ਆਖਰੀ ਪੰਕਤੀ ਦੇ ਵਿੱਚ ਕਹਿੰਦੇ ਨੇ ਜੋ ਵੀ ਪ੍ਰਭੂ ਦਾ ਆਰਾਧਨ ਕਰਦੀਆਂ ਨੇ, ਸਿਮਰਨ ਕਰਦੀਆਂ ਨੇ, ਵਾਹਿਗੁਰੂ ਦੀ ਰਜਾ ਭਾਣੇ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਦੀਆਂ ਨੇ, ਉਹ ਫਿਰ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦੀਆਂ। ਬਹੁੜ ਨਾ, ਬਹੁੜ ਦਾ ਮਤਲਬ ਮੁੜ, ਜਨਮੜੀਆਂ, ਮੁੜ ਜਨਮ ਨਹੀਂ ਲੈਂਦੀਆਂ। ਜਨਮ ਮਰਨ ਦਾ ਗੇੜ ਉਹਨਾਂ ਦਾ ਮੁੱਕ ਜਾਂਦਾ ਹੈ। ਤੋ ਪਾਤਸ਼ਾਹ ਕਿਰਪਾ ਕਰਮ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਨਾਂ ਦਾ ਜਨਮ ਮਰਨ ਮਿਟ ਜਾਂਦਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਗੁਰੂ ਦੇ ਦੱਸੇ ਰਾਹ 'ਤੇ ਚੱਲ ਕਰਕੇ ਆਪਣਾ ਜੀਵਨ ਸਫਲ ਕਰੀਏ, ਨਾਮ ਜਪੀਏ, ਬਾਣੀ ਪੜ੍ਹੀਏ, ਗੁਰੂ ਦਾ ਹੁਕਮ ਕਮਾਈਏ ਆਪਣੇ ਜੀਵਨ ਵਿੱਚ, ਅਤੇ ਸੁਹਾਗ ਭਾਗ ਵਾਲੀਆਂ ਜੀਵ ਇਸਤਰੀਆਂ ਦਾ ਰੁਤਬਾ ਸਾਨੂੰ ਵੀ ਮਿਲੇ। ਇਹੋ ਜਿਹੇ ਕਰਮ ਕਰੀਏ। ਸਤਿਗੁਰੂ ਕਿਰਪਾ ਕਰਨ। ਮੱਘਰ ਦਾ ਮਹੀਨਾ ਸਾਰੀਆਂ ਸੰਗਤਾਂ ਦਾ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸਭ ਸੰਗਤਾਂ ਦਾ ਸੁੱਖ ਸੁੱਖਾਂ ਦੇ ਨਾਲ ਬਤੀਤ ਕਰਨ। ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ ਸਭ ਦਾ ਗੁਰੂ ਆਸ਼ੇ ਅਨੁਸਾਰ ਜੀਵਨ ਸਫਲ ਹੋਵੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਦੀ ਸਾਂਝ ਕਰੋ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।